श्रोमणी कमेटी दिल्ली ਅੰਮ੍ਰਿਤਸਰ गुरुद्वारा कहते बादल तो छटवा चो ਅਸੀਂ ਇਸ ਵਾਸਤੇ ਥੋੜੇ ਚੁਣਿਆ, ਅਸੀਂ ਚੁਣਿਆ ਆਪਣੇ ਹਲਕੇ ਲਹਿਰ ਦੇ ਕੰਮਾਂ ਵਾਸਤੇ। ਪਰ ਬਾਦਲ ਨੇ ਕਿਹੜਾ ਕਬਜ਼ਾ ਕਰਿਆ? ਇਲੈਕਟਡ ਬੰਦੇ ਨੇ ਜਿੱਤ ਕੇ ਵਿਗਦੇ ਉਹਨਾਂ ਨੇ ਆਪਣਾ ਪ੍ਰਧਾਨ ਚੁਣ ਲਿਆ। ਢਿੰਡੜੇ ਦਾ ਆਪਾਂ ਕਿਹੜੇ ਸੀ ਉਹਨਾਂ ਤੇ ਡਾਕੂ ਬਿਠਾਏ ਨੇ ਉੱਥੇ। ਮੈਂ ਜਾਣ ਬੁੱਝ ਕੇ ਕਦੇ ਕਦੇ ਨਾਮ ਨਹੀਂ ਜਾਂਦਾ ਕਿਉਂਕਿ ਸਾਰੀ ਇੱਥੇ ਮੋਤਬਰ ਸਾਥੀ ਇਕੱਠੇ ਹੋਏ ਨੇ ਵੱਡੀ ਗਿਣਤੀ, ਤਾਂ ਮੈਂ ਕਿਹਦਾ ਨਾਮ ਲਵਾਂ ਕਿਹਦਾ ਛੱਡਾਂ, ਇਸ ਲਈ ਸਾਰਿਆਂ ਨੂੰ ਇੱਕੋ ਸ਼ਬਦ 'ਚ ਪਰੋਂਦੇ ਹੋਏ ਬੀਬੀ ਭੱਠਲ ਦੇ ਤੇ ਮੇਰੇ ਹਲਕਾ ਲਹਿਰਾ ਪਰਿਵਾਰ ਦੇ ਅੱਜ ਇਸ ਨਗਰ ਦੇ ਇੱਥੇ ਇਕੱਤਰਤ ਹੋਏ ਸਾਰੇ ਪਰਿਵਾਰ ਦੇ ਮੈਂਬਰ ਸਾਹਿਬਾਨ, ਸਭ ਤੋਂ ਪਹਿਲਾਂ ਸ਼ੀਸ਼ ਝੁਕਾ ਕੇ ਫਤਿਹ ਬੁਲਾਊਂਗਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਕਾਫੀ ਦੇਰ ਪਹਿਲਾਂ ਤੁਹਾਡੇ ਨਾਲ ਕਮਿਊਨਿਟੀ ਸੈਂਟਰ ਦੇ ਵਿੱਚ ਰੂਬਰੂ ਉਦੋਂ ਮੈਂ ਆਪਣੇ ਟੱਬਰ ਨੂੰ ਲੈ ਕੇ ਲਹਿਰੇ ਦੇ ਵਿੱਚ ਆਉਂਦੀ ਇਸ ਹਲਕੇ ਦੇ ਵਿੱਚ ਰਹਿائش ਸ਼ਿਫਟ ਕਰੀ ਸੀ। ਤੁਹਾਨੂੰ ਉਦੋਂ ਬੜੇ ਵਿਸਤਾਰ 'ਚ ਦੱਸਿਆ ਸੀ ਵੀ ਕਿਵੇਂ ਪਹਿਲਾਂ ਰੁਝੇਵਿਆਂ ਕਰਕੇ ਮੈਨੂੰ ਦੂਰ ਰਹਿਣਾ ਪੈਂਦਾ ਸੀ, ਪਰ ਉਸ ਵੇਲੇ ਤੋਂ ਮੈਂ ਲਗਾਤਾਰ ਇਸ ਹਲਕੇ ਦੀ ਕਮਾਂਡ ਆਪ ਸਾਂਭ ਕੇ ਆਪ ਜ਼ਿੰਮੇਵਾਰੀ ਲੈ ਕੇ ਇਕੱਲੇ ਇਕੱਲੇ ਪਿੰਡਾਂ ਦੇ ਵਿੱਚ ਜੋ ਹੋਣ ਵਾਲੇ ਕੰਮ ਦੇ ਚੀਜ਼ਾਂ ਨੇ ਉਹਨਾਂ ਨੂੰ ਲੈ ਕੇ ਕਰਾ ਰਿਹਾ। ਉਸੇ ਤਹਿਤ ਤੁਹਾਡੇ ਕੋਲੇ ਵੀ ਜਦੋਂ ਆਏ ਸੀ ਠੋਕ ਕੇ ਤੁਹਾਨੂੰ ਕਿਹਾ ਸੀ ਵੀ ਇਹ ਪੱਕਾ ਕਰਾਊਂਗਾ, ਜਿਵੇਂ ਮਰਜ਼ੀ ਹੋ ਜੇ ਕਰਾ ਕੇ ਦਿਓ। ਪਰ ਉਸ ਵੇਲੇ ਮੈਂ ਅਣਜਾਣ ਸੀ, ਵਿਸ਼ਵਾਸ ਖਾ ਕੇ ਦੁਬਾਰਾ ਤੋਂ ਧੋਖਾ ਖਾ ਰਿਹਾ ਸੀ ਕਿ ਅੰਦਰੋਂ ਖਾਤੇ ਕੀ ਖਿਚੜੀ ਪੱਕ ਰਹੀ, ਕਿਉਂਕਿ ਮੈਨੂੰ ਇਹ ਸੀ ਵੀ ਸਰਕਾਰ ਕਾਂਗਰਸ ਦੀ ਹੈ, ਸਾਡਾ ਮੁੱਖ ਮੰਤਰੀ ਹੈ, ਉਹਨੂੰ ਮੈਂ ਲਗਾਤਾਰ ਮਿਲਦਾ, ਕੰਮ ਕਹਿਣਾ। ਉਹਨੇ ਮੈਨੂੰ ਕਿਹਾ ਵੀ ਕੋਈ ਕੰਮ ਹੋਵੇ ਤਾਂ ਦੱਸੀ, ਤਾਂ ਮੈਂ ਤਾਂ ਭੱਜ ਕੇ ਸੀਐਮ ਤੋਂ ਕੰਮ ਕਰਾ ਲੂ। ਅੱਜ ਤੱਕ ਤਾਂ ਮੰਤਰੀਆਂ ਤੋਂ ਕੰਮ ਕਰਾਉਂਦਾ ਰਿਹਾ ਤੇ ਮੁੱਖ ਮੰਤਰੀ ਤੋਂ ਤਾਂ ਕੰਮ ਕਰਾਉਣੇ ਕੋਈ ਵੱਡੀ ਗੱਲ ਹੀ ਨਹੀਂ ਹੋਣੀ। ਉਸੇ ਵਿਸ਼ਵਾਸ ਨਾਲ ਮੈਂ ਸਾਰੇ ਪਿੰਡਾਂ ਦੀ ਇੱਕ ਯੋਜਨਾ ਬਣਾਈ ਵੀ ਇਸ ਪਿੰਡ 'ਚ ਆਹ ਹੋਣ ਵਾਲਾ, ਇਸ ਪਿੰਡ 'ਚ ਆਹ ਹੋਣ ਵਾਲਾ, ਜਿਹਦਾ ਕਾਫੀ ਵੱਡਾ ਖਰਚਾ 15-20 ਕਰੋੜ ਦੀ ਲਿਸਟ ਬਣ ਗਈ ਤੇ ਮੈਂ ਉਹ ਸਾਡੇ ਸੀਐਮ ਸਾਹਿਬ ਨੂੰ ਦਿੱਤੀ। ਮੈਂ ਕਿਹਾ ਜੀ ਆਹ ਮੇਰੇ ਹਲਕੇ 'ਚ ਹੋਣ ਵਾਲੇ ਕੰਮ ਨੇ, ਅੱਜ ਤੱਕ ਤੁਸੀਂ ਤਾਂ ਕੋਈ ਗ੍ਰਾਂਟ ਮੈਨੂੰ ਭੇਜੀ ਨਹੀਂ। ਜਿਹੜੇ ਹਲਕੇ 'ਚ ਮੈਂ ਕੰਮ ਕਰੇ ਹੈ ਉਹ ਮੈਨੂੰ ਪਤਾ ਹੈ, ਵੱਖ-ਵੱਖ ਥਾਵਾਂ ਤੋਂ ਗ੍ਰਾਂਟਾਂ ਲਿਆ ਕੇ ਕਦੇ ਕਿਸੇ ਮਹਿਕਮੇ ਤੋਂ, ਕਦੇ ਕਿਸੇ ਮੰਤਰੀ ਤੋਂ, ਕਦੇ ਕਿਸੇ ਸੰਤਰੀ ਤੋਂ, ਇੱਧਰੋਂ ਉੱਧਰੋਂ ਕਰਕੇ ਮੈਂ ਆਪਦਾ ਕੰਮ ਚਲਾਇਆ। ਤੇ ਹੁਣ ਤੁਸੀਂ ਜੇ ਮੈਨੂੰ ਇੰਨੇ ਕੁ ਫੰਡ ਦੇ ਦਿਓ ਤਾਂ ਮੈਂ ਆਪਣੇ ਹਲਕੇ ਨੂੰ ਇੱਕ ਵਧੀਆ ਹਲਕਾ ਬਣਾ ਦੇਵਾਂ। ਕੁਝ ਸਾਡੇ ਗਰੀਬਾਂ ਨੂੰ ਘਰਾਂ ਦੀ ਲੋੜ ਹੈ, ਉਹਨੂੰ ਸਿਰੇ ਚਾੜਦਾ। 5-4 ਚੀਜ਼ਾਂ ਨੇ ਸਾਡੀਆਂ ਵੱਡੀਆਂ ਹੋਣ ਵਾਲੀਆਂ ਜਿਹਨੂੰ ਮੈਂ ਸਿਰੇ ਲਾ, ਤੇ ਉਹ ਮੂੰਹ ਤੇ ਮਿੱਠੇ ਮੈਨੂੰ ਕਹਿ ਰਿਹਾ ਕਰ, ਹਾਂ ਹਾਂ ਬੇਟਾ ਤੂੰ ਜਾ ਫਾਈਲ ਤਿਆਰ ਕਰਾ ਲਿਆ, ਫਲਾਨਾ ਕਾਗਜ਼ ਬਣਾ ਲਿਆ, ਇੱਥੋਂ ਐਂ ਕਰ ਦਾਂਗੇ। ਪਰ ਜਦੋਂ ਵੀ ਮੈਂ ਥੱਲੋਂ ਤੋਂ ਲੈ ਕੇ ਮਿਹਨਤ ਕਰ ਕਰਕੇ ਦਿਨ ਰਾਤ ਇੱਕ ਕਰਕੇ ਥੱਲੋਂ ਚਪੜਾਸੀ ਤੋਂ ਲੈ ਕੇ ਕਲਰਕ ਤੋਂ ਲੈ ਕੇ ਉੱਤੇ ਤੱਕ ਸਾਰੀ ਫਾਈਲ ਤਿਆਰ ਕਰਾ ਕੇ ਓਕੇ ਕਰਾ ਕੇ ਕੰਮ ਆਉਣਾ ਦਫ਼ਤਰ 'ਚੋਂ, ਜਦੋਂ ਨੂੰ ਘਰੇ ਪਹੁੰਚਣਾ ਉਦੋਂ ਨੂੰ ਖਬਰ ਆ ਜਾਂਦੀ ਵੀ ਜੀ ਇਸ ਚੀਜ਼ ਕਰਕੇ ਰੋਕ ਲੱਗੀ, ਆਹ ਕਾਰਨ ਕਰਕੇ ਤੁਹਾਡਾ ਕੰਮ ਕੱਟਿਆ ਗਿਆ। ਮੈਂ ਕਈ ਵਾਰੀ ਦੁਖੀ ਹੋ ਕੇ ਬੀਬੀ ਜੀ ਨੂੰ ਵੀ ਕਹਿਣਾ, ਅਪਸੈਟ ਵੀ ਹੋ ਜਾਣਾ ਵੀ ਇਹ ਹੋ ਕੀ ਰਿਹਾ। ਮੈਂ ਥੱਲੋਂ ਤੋਂ ਲੈ ਕੇ ਉੱਤੇ ਤੱਕ ਸਾਰਾ ਕੰਮ ਓਕੇ ਕਰਾ ਕੇ ਆਉਣਾ ਹੁੰਦਾ, ਜਦੋਂ ਉਹਨੂੰ ਘਰੇ ਪਹੁੰਚਦਾ ਮੇਰੇ ਉਹਨੂੰ ਰੋਕਿਆ ਜਾਂਦਾ, ਜਿਵੇਂ ਕੋਈ ਜਾਣ ਕੇ ਰੋਕੀ ਜਾਂਦਾ ਹੋਵੇ ਕੀ ਹੋ ਕੀ ਰਿਹਾ। ਉਹਨਾਂ ਨੇ ਮੈਨੂੰ ਹੌਸਲਾ ਦੇਣਾ, ਕਹਿੰਦੇ ਕੋਈ ਗੱਲ ਨਹੀਂ, ਇਹ ਸਾਰੇ ਇਮਤਿਹਾਨ ਆਉਂਦੇ ਰਹਿੰਦੇ ਆ ਬੇਟਾ, ਤੂੰ ਮਿਹਨਤ ਕਰਦਾ ਰਹਿ, ਰੱਬ ਆਪੇ ਸੁਣੂਗਾ। ਉਹ ਥਾਲੀ ਤੋਂ ਛੱਡੇ ਬੱਟਿਆਂ ਦੀ ਗੱਲ ਉਦੋਂ ਸਾਹਮਣੇ ਆਈ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਛੱਡ ਕੇ ਆਪਣੀ ਪਾਰਟੀ ਬਣਾ ਲਈ, ਤਾਂ ਉਦੋਂ ਅਸਲੀਅਤ ਸਾਹਮਣੇ ਆਈ ਵੀ ਇਹ ਤੇ ਢੀਂਡਸਾ ਤਾਂ ਪਹਿਲਾਂ ਵੀ ਇਕੱਠੇ ਥਾਲੀ ਦੇ ਇੱਕੋ ਥਾਲੀ ਦੇ ਚੱਟੇ ਬੱਟੇ ਸੀ। ਆਪਸੀ ਸਮਝੌਤਾ ਤਾਂ ਇਹਨਾਂ ਦਾ ਬਹੁਤ ਦੇਰ ਦਾ ਚੱਲਿਆ ਆ ਰਿਹਾ ਸੀ। ਉਸੇ ਸ਼ਰਤ ਤੇ ਜਿਹੜਾ ਵੀ ਮੈਂ ਉਹਦੇ ਕੰਮ ਕਰਨ ਲੱਗਦਾ ਸੀ, ਜਿਹੜੀ ਚੀਜ਼ ਨੂੰ ਹੱਥ ਪਾਉਂਦਾ ਸੀ, ਉਹ ਜਰੀ ਢੀਂਡਸਾ ਇਹਨੂੰ ਘੰਟੀ ਖੜਕਾ ਦਿੰਦਾ ਸੀ ਕੈਪਟਨ ਨੂੰ ਵੀ ਜੇ ਰਾਮੂਲਾ ਕੰਮ ਕਰਾ ਗਿਆ
ਮੈਨੂੰ ਕਿਹਨੇ ਪੁੱਛਣਾ, ਰੋਕ ਇਹਨੂੰ। ਜਦ ਹੀ ਕੈਪਟਨ ਦਾ ਕਾਟਾ ਵੱਜ ਜਾਂਦਾ ਸੀ। ਮੈਂ ਬਾਰ-ਬਾਰ ਫਾਈਲਾਂ ਸਬਮਿਟ ਕਰਾਉਣੀਆਂ, ਕਦੇ ਕਿਸੇ ਚੀਜ਼ ਦੀ, ਕਦੇ ਆਹ ਕੜੀਆਂ ਦੇ ਜਿਹੜੇ ਘਰਾਂ ਦੀ, ਕਦੇ 5-5 ਮਰਲੇ ਵਾਲਿਆਂ ਦੀ, ਕਦੇ ਕਿਸੇ ਭਾਈ ਦੀ, ਕਦੇ ਕਿਸੇ ਧਰਮਸ਼ਾਲਾ ਦੀ, ਜਿਹੜੀ ਵੀ ਫਾਈਲ ਸਬਮਿਟ ਕਰਾਉਣੀ ਵੀ ਆਹ ਕਰਾਉਣਾ ਹੈ ਜੀ, ਸਾਰੇ ਕਿਤੇ ਉਹ ਕਰਾਤਾ। ਦਿਨ ਰਾਤ ਇੱਕ ਕਰਕੇ ਥੱਲੋਂ ਤੋਂ ਉੱਤੇ ਤੱਕ ਤਿਆਰੀ ਕਰਾਤੀ। ਮੈਂ ਹੁਣ ਇਕੱਲੀ ਮੋਹਰ ਲੱਗਣੀ ਰਹਿੰਦੀ ਹੈ, ਉਹਦੀ ਆਉਣਾ ਨਾ ਜੀ, ਆਹ ਕਾਰਨ ਕਰਕੇ ਕੱਟਿਆ ਗਿਆ। ਪਰ ਉਸ ਅਕਾਲ ਪੁਰਖ ਨੇ ਸੁਣੀ। ਕਹਿੰਦੇ ਆ ਰੱਬ ਦੇ ਘਰ ਦੇਰ ਹੈ ਢੇਰ ਨਹੀਂ। ਸਾਡੀ ਪਾਰਟੀ ਨੇ ਫੈਸਲਾ ਦਿੱਤਾ ਕਿ ਇੱਕ ਗਰੀਬ ਦਾ ਦਰਦ ਸਮਝਣ ਵਾਲੇ ਇਨਸਾਨ ਨੂੰ ਮੁੱਖ ਮੰਤਰੀ ਬਣਾਇਆ। ਉਸ ਗਰੀਬ ਦੇ ਪੁੱਤ ਚਰਨਜੀਤ ਚੰਨੀ ਨੇ ਜਿੰਨੇ ਤੋਂ ਕਮਾਂਡ ਸਾਂਭੀ, ਜਦੋਂ ਤੋਂ ਬਾਗਡੋਰ ਸਾਡੇ ਨਵਜੋਤ ਸਿੱਧੂ ਸਾਹਿਬ ਦੇ ਹੱਥ 'ਚ ਆ ਗਈ, ਦੋਵੇਂ ਸ਼ੇਰਾਂ ਨੇ ਇਕੱਠੇ ਹੋ ਕੇ ਇਸ ਤਰੀਕੇ ਨਾਲ ਰਫ਼ਤਾਰ ਫੜੀ ਹੈ। ਜੋ ਕੰਮ ਕੈਪਟਨ ਸਾਹਿਬ ਨੇ ਸਾਨੂੰ 4.5 ਸਾਲ 'ਚ ਨਹੀਂ ਕਰਕੇ ਦਿੱਤੇ, ਇਹਨਾਂ ਨੇ 4.5 ਹਫ਼ਤਿਆਂ 'ਚ ਸਿਰੇ ਲਾਉਣੇ ਸ਼ੁਰੂ ਕਰ। ਆਹ ਗ੍ਰਾਂਟਾਂ ਜਿਹੜੀਆਂ ਅੱਜ ਤੁਹਾਡੇ ਲੈ ਕੇ ਆਇਆ, ਇਹ ਉਸ ਵੇਲੇ ਦਾ ਲੱਗਿਆ ਵਾ ਜਦੋਂ ਮੈਂ ਪਿਛਲੀ ਵਾਰੀ ਆਇਆ ਸੀ, ਉਦੋਂ ਦਾ ਮਿੰਟਾਂ ਕੱਢਣ ਲੱਗਿਆ ਵਾ। ਕੋਈ ਹਫ਼ਤਾ ਐਸਾ ਨਹੀਂ ਲੰਘਿਆ ਹੋਣਾ ਜਿਸ ਹਫ਼ਤੇ ਮੈਂ ਜਾ ਕੇ ਦਫ਼ਤਰਾਂ 'ਚ ਹਾਜ਼ਰੀ ਨਾ ਦਿੱਤੀ ਹੋਵੇ, 2-2, 4-4, 6-6 ਘੰਟੇ ਇੱਕ ਲੱਤ ਤੇ ਖੜ ਕੇ ਅਫਸਰਾਂ ਦੀ ਮਿੰਟਾਂ ਨਾ ਕਰੀਆਂ ਹੁਣ ਵੀ ਆਹ ਕਰਕੇ ਦਿਓ ਜੀ, ਮੇਰਾ ਕਿਉਂ ਨਹੀਂ ਹੋ ਰਿਹਾ। ਪਰ ਜਦੋਂ ਸਾਡਾ ਮੁਖੀਆ ਹੀ ਦੂਏ ਪਾਸੇ ਲੱਗਿਆ ਵਾ, ਸੀ ਕਹਿੰਦੇ ਜਦੋਂ ਕੁੱਤੀ ਚੋਰਾਂ ਨਾਲ ਰਲੀ ਹੋਵੇ ਤਾਂ ਚੋਰੀ ਹੋਣ ਤੋਂ ਕੌਣ ਰੋਕ ਸਕਦਾ ਹੈ। ਜਦੋਂ ਸਾਡਾ ਮੁੱਖ ਮੰਤਰੀ ਨਹੀਂ ਸੀ ਚਾਹੁੰਦਾ ਸਾਡੇ ਕੰਮ ਹੋਣ, ਤਾਂ ਸਾਡੇ ਕੰਮ ਕਿੱਥੋਂ ਹੋ ਜਾਂਦੇ। ਉਹ ਕਿਸੇ ਨਾ ਕਿਸੇ ਆਗੇ ਬਹਾਨੇ ਨਾਲ ਸਾਡੇ ਕੰਮ ਰੋਕੀ ਜਾਂਦੇ ਸੀ। ਪਰ ਫਿਰ ਵੀ ਤੁਹਾਡੇ ਪਿਆਰ ਨਾਲ, ਤੁਹਾਡੇ ਸਾਥ ਨਾਲ ਜੋ ਬੀਬੀ ਭੱਠਲ ਨੂੰ ਤੁਸੀਂ ਇਸ ਮੁਕਾਮ ਤੇ ਪਹੁੰਚਾਇਆ ਹੈ, ਆਪਣੀ ਇੰਨੀ ਕੁ ਬੜੀ ਵੀ ਸੀ ਵੀ ਚਾਹੇ ਮੁੱਖ ਮੰਤਰੀ ਨਹੀਂ ਵੀ ਕਰਦਾ ਸੀ, ਬਾਕੀ ਮੰਤਰੀਆਂ ਤੋਂ, ਬਾਕੀ ਅਫਸਰਾਂ ਤੋਂ ਅਸੀਂ ਮਿੰਟ ਤਰਲਾ ਕਰਕੇ ਫਿਰ ਵੀ ਕੰਮ ਇੰਨੇ ਕੁ ਕਰਾਉਂਦੇ ਰਹੇ ਆ ਕਿ ਜੋ ਕਈ ਹਲਕਿਆਂ 'ਚ ਜਿੱਤੇ ਹੋਏ ਕਾਂਗਰਸੀ MLA ਹੈ, ਉਹਨਾਂ ਦੇ ਉਹਨੇ ਕੰਮ ਨਹੀਂ ਹੋ ਸਕੇ ਜਿੰਨੇ ਆਪਣੇ ਹਲਕੇ 'ਚ ਆਪਾਂ ਹਾਰਨ ਤੋਂ ਬਾਵਜੂਦ ਕਰਾ। ਹਾਲਾਂਕਿ ਝਟਕਾ ਬਹੁਤ ਲੱਗਿਆ, ਦਿਲ ਬਹੁਤ ਟੁੱਟਿਆ ਵੀ ਯਾਰ 25 ਸਾਲ ਹੋ ਗਏ ਇਸ ਹਲਕੇ ਦੀ ਸੇਵਾ ਕਰਦੇ ਨੂੰ, ਨਿਰਸਵਾਰਥ ਹੋ ਕੇ ਲੱਗੇ ਆ, ਸਾਰਾ ਟੱਬਰ ਲੱਗੇ ਆ। ਉਹਨਾਂ ਵੇਲਿਆਂ ਜਦੋਂ ਮਾਵਾਂ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਨਹੀਂ ਨਿਕਲ ਦਿੰਦੀਆਂ ਸੀ, ਚੁੰਨੀ ਦੇ ਪੱਲੂ 'ਚ ਲੁਕੋ ਕੇ ਰੱਖਦੀਆਂ ਸੀ, ਖਾਸ ਤੌਰ ਤੇ ਆਪਣੇ ਪੁੱਤਾਂ ਨੂੰ। 92 ਦਾ ਸਮਾਂ ਜਦੋਂ ਖੂਨ ਦੀ ਹੋਲੀ ਅੱਤਵਾਦੀ ਖੇਲੀ ਜਾ ਰਹੀ ਸੀ, ਉਸ ਵੇਲੇ ਵੀ ਬੀਬੀ ਭੱਠਲ ਇੱਕ ਇਕੱਲੀ ਵਿਧਵਾ ਔਰਤ ਹੋਣ ਤੋਂ ਬਾਵਜੂਦ ਵੀ ਡਰੀ ਨਹੀਂ। ਇਸ ਅਮਨ ਸ਼ਾਂਤੀ ਲਈ, ਇਹਨਾਂ ਲੋਕਾਂ ਦੇ ਹੱਕਾਂ ਲਈ, ਲੋਕਾਂ ਦੀ ਲੜਾਈ ਲਈ ਇਕੱਲੀ ਲੜਦੀ ਰਹੀ। ਇਹਨਾਂ ਗਲੀਆਂ ਦੇ ਵਿੱਚ ਆਪਦੇ ਪਰਿਵਾਰ ਦੀ ਖਿਆਲ ਨਹੀਂ ਕਰਿਆ। ਕੱਲਾ ਪੁੱਤ ਆਪਦਾ 8 ਸਾਲ ਦੀ ਉਮਰ 'ਚ ਕਾਲੇ ਕੱਪੜੇ ਪਵਾ ਕੇ ਕਮਾਂਡੋ ਵਾਲੇ ਵਰਦੀਆਂ ਗੋਲੀਆਂ 'ਚ ਕਿਹੜੀ ਮਾਂ ਖੜਾ ਸਕਦੀ? ਹੱਥ ਖੜਾ ਕਰਕੇ ਕਹਿ ਦੋ ਮੇਰੀ ਮਾਂ ਨੇ ਖੜਾ ਕੇ ਦਿਖਾਇਆ। ਸਿਰਫ ਕਿਉਂ? ਕਿਉਂਕਿ ਇੱਕ ਜਨੂਨ ਸੀ, ਇੱਕ ਸੇਵਾ ਭਾਵਨਾ ਜੋ ਮੇਰੇ ਨਾਨਾ ਨਾਨੀ ਤੋਂ ਦੇਸ਼ ਭਗਤੀ ਦੀ ਆਈ ਸੀ, ਉਹ ਸੀ। ਇਸ ਇਲਾਕੇ ਨਾਲ ਪਿਆਰ ਸੀ ਕਿ ਬੀਬੀ ਭੱਠਲ ਨੇ ਕਿਹਾ ਜਿਹੇ ਦੀ ਮਰਜ਼ੀ ਕੁਰਬਾਨੀ ਦੇਣੀ ਪੈ ਜੇ, ਇਹ ਭੱਠਲ ਦੀ ਧੀ ਹੈ, ਹੀਰਾ ਸਿਓ ਭੱਠਲ ਤੇ ਹਰਨਾਮ ਕੌਰ ਭੱਠਲ ਦੀ। ਇਹਨੇ ਝੁਕਣਾ ਤੇ ਡਰਨਾ ਨਹੀਂ ਸਿੱਖਿਆ, ਕੁਰਬਾਨੀਆਂ ਦੇਣੀਆਂ ਜ਼ਰੂਰ ਸਿੱਖੀਆਂ। ਮੇਰੇ ਪੁੱਤਰੀ ਤੁਸੀਂ ਧਮਕੀ ਦਿੰਦੇ ਹੋ, ਚਿੱਠੀਆਂ ਲਿਖ ਕੇ ਭੇਜਦੇ ਸੀ ਵੀ ਬੀਬੀ ਤੇਰੇ ਪੁੱਤ ਦਾ ਸਮਾਂ ਹੋ ਗਿਆ, ਜਿਹੜੇ ਚਾਹ ਵਾਰ ਲਿਆ ਵਾਰਨਾ ਉਹਦੇ ਪੁੱਤ ਦੇ ਘਰੋਂ ਕੱਢ ਮਾਰਾਂਗੇ। ਤੇ ਬੀਬੀ ਨੇ ਕਿਹਾ ਤੁਸੀਂ ਸੋਚਦੇ ਹੋ ਮੇਰਾ ਪੁੱਤ ਮੇਰੀ ਕਮਜ਼ੋਰੀ ਹੈ, ਉਹ ਮੇਰੀ ਕਮਜ਼ੋਰੀ ਨਹੀਂ, ਮੇਰੀ ਤਾਕਤ ਹੈ। ਮੈਂ ਤਾਂ ਉਹਦੇ ਕਰਕੇ ਘਰੇ ਡਰ ਕੇ ਕੀ ਪੈਣਾ, ਆ ਮੇਰਾ ਪੁੱਤ ਵੀ ਅੱਜ ਤੋਂ ਬਾਅਦ ਮੇਰੇ ਨਾਲ ਵਰਦੀਆਂ ਗੋਲੀਆਂ 'ਚ ਨਾਲ ਜਾਊਗਾ। ਪੂਰੇ ਹਲਕੇ ਦੇ ਵਿੱਚ ਕਾਲੇ ਕੱਪੜੇ ਪਾ ਕੇ 8 ਸਾਲ ਦੀ ਉਮਰ 'ਚ ਵਰਦੀ ਗੋਲੀਆਂ 'ਚ ਮੈਂ ਫਿਰਦਾ। ਇਹ ਗੱਲਾਂ ਕਰਦੇ ਆ ਦੂਜੇ ਵਿਰੋਧੀ ਮੁਕਾਬਲੇ ਦੀਆਂ, ਇਹ ਗੱਲਾਂ ਕਰਦੇ ਆ ਦੇਸ਼ ਪ੍ਰੇਮ ਦੀਆਂ। ਦਿਖਾਉਣ ਤਾਂ ਆ ਕੇ ਕਿੱਥੇ ਇਹਨਾਂ ਨੇ ਇੱਕ ਚੀਚੀ ਤੇ ਵੀ ਸੂਈ ਲਵਾਈ ਹੋਵੇ ਇਸ ਇਲਾਕੇ ਦੀ ਸੇਵਾ ਦੀ, ਇਸ ਇਲਾਕੇ ਦੀ ਕੋਈ ਇੱਕ ਸੈਕਰੀਫਾਈਸ ਕਰਿਆ ਹੋਵੇ, ਕੋਈ ਇੱਕ ਥਾਂ ਤੇ ਇਹਨਾਂ ਨੇ ਆਪਦਾ ਔਖ ਝੱਲੀ ਹੋਵੇ। ਇਹ ਤਾਂ ਚੰਗਿਆਂ ਸਮਿਆਂ ਦੇ ਵਿੱਚ, ਚੰਗੇ ਮਾਹੌਲਾਂ ਦੇ ਵਿੱਚ ਆਪਦੀ ਸਿਆਸੀ ਰੋਟੀਆਂ ਥੱਪਣ ਆ ਗਏ ਹੈ। ਔਖਾਂ ਦੇ ਵਿੱਚ ਬੀਬੀ ਭੱਠਲ ਲੜਦੀ ਰਹੀ, ਮਰਦੀ ਰਹੀ। ਇਹ ਤਾਂ ਆਉਂਦੇ ਹੈ ਸਿਆਸੀ ਟੂਰਿਸਟ ਨੇ ਜਿਹੜੇ ਆ ਕੇ ਸਿਆਸੀ ਹਵਾਵਾਂ ਫੈਲਾਉਂਦੇ ਹੈ, ਦੂਜੇ ਦੇ ਕੰਮਾਂ 'ਚ ਨਕੋਚਾਂ ਕਰਦੇ ਹੈ, ਕਮੀਆਂ ਕਰਦੇ ਹੈ, ਸਾਡੀ ਦੁਖਦੀ ਰੱਗ ਫੜ ਕੇ ਉਹਤੇ ਉਂਗਲ ਲਾ ਦਿੰਦੇ ਹੈ।
सानू आपस च लड़ा जाते हैं ते मुड़ के आप डारी मार कदे किसे डाल कदे किसे डाल। असीं आउंदे हां लोकां दी कचहरी दे विच बार बार आउंदे हां ते जदों लोकां दी कचहरी च आउंदे हां इन्ना सौखा नहीं आपदा लेखा जोखा लैके लोकां दी कचहरी च आउणा, क्योंकि जिथे कोई चंगा काम करे ते शाबाशी भी मिलती है, उत्थे जे कोई कमी भी रह जाए कोई गलती भी हो जाए तो उसे लांभा भी मिलता है। उसे मेरिया मावा तो घूर भी चलनी पैंदी है, क्योंकि इंसान आ, इंसान जे काम करूगा तो गलतियां भी करूगा, गलतियां ना पुतले आप सारी दुनिया नूं तां अकाल पुरख नहीं राजी कर सकिया, तो असीं तां इंसान आ, चीज ही की आ। बहुत चीज़ां ने जिहड़ियां इस इलाके च होणियां रहिंदियां, बहुत सपने बहुत ख्वाहिशां ने जिहड़ियां हाले अधूरियां पईयां ने, तां उन्हां बारे आके सुनना भी पैंदा है। पर असीं फिर भी कदे इस हलके नूं छड्डिया नहीं, कदे इस इलाके नूं छड्डिया नहीं। हालांकि बहुत दुनिया ने आके कहा, हाई कमांड ने पिछली बारी कहा बीबी जिथों मर्जी इलैक्शन लड़दा है, 3 हलके तेरे लिए खाली छड्ड रखे, घरे बैठी जितेगी, सीधा मंत्री मुख्यमंत्री बनेगी, छड्ड दे खैरा लहरे दा। बीबी कहने ना, ये हलके का मैं खैरा छड्ड नहीं सकती, क्योंकि इस हलके की मैं कली राजनीतिक तौर पर सेवा नहीं करती। इस हलके की बांह मेरा पति मैनू फड़ा के गया सी ते मैं इस हलके की सेवा हमेशा करती रहूंगी। इसे लिए बीबी भी कदे किते होर थां ते उन्होंने इलैक्शन नहीं लड़ी। सो अज भी जो नवे सीएम साहब आए है, उन्होंने सानू ग्रांटां दित्तियां। पिछे तो असीं वख-वख महकमिਆਂ के मंत्रियों तो ही ग्रांटां गप्फे लैके काम चला रहे सी, जिहदे विच के लगभग 21,30,000 के काम हुण तक अपने पिंड च हो चुके हैं, जिहदे विचों 12 गलियां बना चुके हैं। इस तो इलावा शमशान घाट के प्राइमरी स्कूलों के विच पार्क बना चुके हैं। कम्यूनिटी सेंटर का काम सिरे चाढ़िया है। इस तो इलावा 18 लाख रुपये वख-वख रोडां की मुरम्मत करा के आए। रोडां सड़कां जिहड़ियां पहलां पिंडां नूं सड़कां लाइयां भी बीबी ने है ते हुण मुरम्मत भी बीबी ने कराई है। इस तो इलावा 45 लाख रुपये की लागत नाल वाटर वर्क्स बना रहा ते 71 लाख रुपये की लागत नाल ढाणे तो घमूर घाट जिहड़ी सड़क है वो तुहाडे लई पवाई है। ये तो हुण तक का लेखा जोखा है। ऐतकी जो मैनू पिंडां चों डिमांडां आईयां सी, उहनूं मैं देखते हुए वध तो वध कोशिश करी है भी ज़्यादा तो ज़्यादा डिमांडां पिंडां दीयां पूरीआं कर सकां। इस तो इलावा जो कुछ मेरे दिमाग च ख्याल सी भी अपने हल्के नूं एक वधिया हल्का बना के दिखावां, उदाहरण बना के दिखावां, ਉਹਦੇ तहत पहला हल्का अपना मेरे ख्याल नाल पूरे पंजाब च होऊगा, जिहदे विच सारे पिंडां ते सारे शहरां नूं CCTV कैमरिਆਂ नाल मैं जोड़ रहा, ताकि साडियां धीआं भैणां नूं सुरक्षा महसूस होवे, कैमरिਆਂ का घेरा होवे, दिन रात साडी धीआं भैणां जिथे मर्जी खुल के आ जा सकण, साडे पिंड च कोई वारदातां ना होण। जे कोई ऐसी वैसी घटना हुंदी भी है कि कौन कित्थों किवें निकलिआ, क्योंकि अजकल माहौल थोड़ा जा इस तरह का होंदा जा रहा है। सो सारे पिंडां नूं CCTV कैमरे, जिथे स्ट्रीट लाइटां की लोड़ सी स्ट्रीट लाइटां, इहदे नाल पिंड की खूबसूरती लई खास तौर पर आ हुण धुंदां पैणीआं अगे मौसम का खराब हाल होना है, तां अपणीआं जिहड़ियां सड़कां ने उन्हां ते उचेचे तौर पर मैं ये ग्राम लटरम पटरम साइन बोर्ड ला के पता लगे भी अगे पिंड आ रहा, धुंदां दे विच साडे कोई हादसा ना होवे। सो ये तो सारे पिंडां दे विच मैं कर ही रहा। इस तो इलावा जो वख-वख पिंडां दीयां डिमांडां सी, उहदे तहत अपने पिंड गनौटे लई अज मैं 19 लाख रुपया लैके आया, जिहदे विच 5 लाख रुपया गलियां ते नालियां, वैसे तो 12 गलियां पहला बन चुकी है, थोड़ियां होर जिहड़ियां 2-4 ही कहंदे रहिंदियां, उहदे लई 5 लाख रुपया। इस तो इलावा कम्यूनिटी सेंटर च थोड़ा होर पैसा चाहिए है। जिम जुम का भी मैं उदों देखा सीगा, बड़ी भीड़ सी, तां उहदे लई भी 3 लाख रुपया। आ कैमरिਆਂ की ब्यूटिफिकेशन 1 लाख रुपया। इस तो इलावा मुस्लिम धर्मशाला लई 1 लाख रुपया।
ਐਸੀ ਧਰਮਸ਼ਾਲਾ ਲਈ, अच्छा ऐसी है वो, शायद मैं गलत लिख लिया होगा जी। बेसिक ਇਹਨਾਂ ਦਾ ਦਿਮਾਗ ਰੱਖਿਆ ਕਰੋ ਮਾੜਾ ਮੋਟਾ। बीसी धर्मशाला ਲਈ ਲੱਖ ਰੁਪਇਆ। ਇਸ ਤੋਂ ਇਲਾਵਾ ਜਿਹੜੀ ਡਿਸਪੈਂਸਰੀ ਮੈਨੂੰ ਦੱਸਿਆ ਸੀ ਵੀ ਸਾਡੇ ਜੀ ਕਈ ਪਿੰਡਾਂ ਨੂੰ ਇਹ ਡਿਸਪੈਂਸਰੀ ਕਵਰ ਕਰਦੀ ਹੈ, ਕੇਟਰ ਕਰਦੀ ਹੈ, ਉਹਦੇ ਲਈ ਵੀ ਮੈਂ 7 ਲੱਖ ਰੁਪਇਆ ਭੇਜਿਆ, ਜਿਹੜਾ ਤਾਂ ਕਿ ਸਾਡਾ ਉਹਦੇ ਵਧੀਆ ਹੈਲਥ ਦੀ, ਸਿਹਤ ਦੀ ਮੁਸ਼ਕਲਾਂ ਨੂੰ ਕਰਿਆ ਜਾ ਸਕੇ, ਸਾਡੀ ਡਿਸਪੈਂਸਰੀ ਚੰਗੇ ਤਰੀਕੇ ਨਾਲ ਚੱਲ ਸਕੇ। ਬਾਕੀ ਸਾਡੇ ਜੋ ਸੀਐਮ ਸਾਹਿਬ ਨੇ ਆ ਕੇ ਕੁਝ ਥੋੜੇ ਜਿਹੇ ਸਮੇਂ 'ਚ ਹੀ ਫੈਸਲੇ ਲਿੱਤੇ ਹੈ ਜਿਹੜੇ ਰੋਜ਼ਮर्रा ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਦੇ ਹੈ, ਜਿਵੇਂ ਕਿ ਬਿਜਲੀ ਦੇ ਬਿੱਲ 3 ਰੁਪਏ ਘਟਾਉਣ ਦਾ ਜੋ ਫੈਸਲਾ ਲਿੱਤਾ ਹੈ। ਇਹ ਵਿਰੋਧੀ ਗੱਲਾਂ ਕਰਦੇ ਰਹਿੰਦੇ ਹੈ ਵੀ ਲਾਗੂ, ਉਹਨਾਂ ਨੂੰ ਪੁੱਛੇ ਵੀ ਜਿਹੜਾ ਬਿਜਲੀ ਦਾ ਬਿੱਲ ਅੱਧਾ ਹੋਣ ਲੱਗ ਗਿਆ ਉਹਦਾ ਕਿਹਦਾ ਫਾਇਦਾ ਹੁੰਦਾ, ਲੋਕਾਂ ਦੀ ਜੇਬ 'ਚ ਜਾਂਦਾ ਉਹ। ਜਿਹੜੇ ਪੁਰਾਣੇ 2-2 ਕਿਲੋ ਵਾਟ ਦੇ ਮਾਫ ਕਰੇ ਆ, ਉਹ ਕਿਹਦੇ ਲਈ ਮਾਫ ਕਰੇ ਆ? ਗਰੀਬਾਂ ਲਈ ਮਾਫ ਕਰੇ ਆ। ਜਿਹੜਾ ਅੱਜ ਪੈਟਰੋਲ ਦਾ ਰੇਟ ਸਾਡੇ ਪੂਰੇ ਦੇਸ਼ ਨਾਲੋਂ ਸਭ ਤੋਂ ਸਸਤਾ ਕਰਤਾ, 10 ਰੁਪਏ ਘਟਾਤਾ, ਉਹ ਜਦੋਂ ਬੰਦਾ ਕੋਈ ਜਾ ਕੇ ਤੇਲ ਭਰਾਉਂਦਾ, ਸਕੂਟਰ ਮੋਟਰਸਾਈਕਲ ਜਿੱਥੇ ਮਰਜੀ, ਸਿੱਧਾ ਜੇਬ ਦੇ ਵਿੱਚ ਪੈਸੇ ਆ ਕੇ ਡਿੱਗਦੇ ਆ। ਉਸੇ ਤਰੀਕੇ ਨਾਲ ਡੀਜ਼ਲ ਦਾ ਬਿੱਲ 5 ਰੁਪਏ ਘਟਾ ਕੇ ਸਭ ਤੋਂ ਸਸਤਾ ਸਾਡੇ ਦੇਸ਼ 'ਚ ਜਿਹੜਾ ਡੀਜ਼ਲ ਕਰਿਆ, ਉਹ ਜਦੋਂ ਕੋਈ ਸਾਡਾ ਕਿਸਾਨ ਡੀਜ਼ਲ ਪਵਾਉਂਦਾ ਜਾਂ ਜਿਹੜਾ ਸਾਡਾ ਟਰੱਕਾਂ ਵਾਲੇ ਭਾਈਚਾਰੇ ਦੇ ਲੋਕਾਂ ਨੂੰ ਜਦੋਂ ਸਸਤਾ ਤੇਲ ਪੈਂਦਾ ਤਾਂ ਉਹ ਟਰਾਂਸਪੋਰਟੇਸ਼ਨ ਖਰਚਾ ਘਟਦਾ ਹੈ, ਜਿਹਦੇ ਨਾਲ ਕਿ ਸਾਡੀਆਂ ਜਿਣਸਾਂ, ਸਾਡੀਆਂ ਵਿਵਸਾਏ ਸਸਤੇ ਹੁੰਦੇ ਹੈ। ਸੋ ਇਹ ਇਤਿਹਾਸਿਕ ਫੈਸਲੇ ਇੱਕ ਗਰੀਬ ਦੇ ਪੁੱਤ ਨੇ ਇਸ ਲਈ ਲੈ ਸਕਿਆ ਕਿਉਂਕਿ ਉਹਨੂੰ ਪਤਾ ਹੈ ਕੀ ਮੁਸ਼ਕਿਲਾਂ ਇੱਕ ਗਰੀਬਾਂ ਦੇ ਸਿਰ ਤੇ ਆਉਂਦੀਆਂ, ਉਹਨੂੰ ਪਤਾ ਹੈ ਕੀ ਔਖਾਂ ਆਪਦੇ ਪਿੰਡੇ ਤੇ ਹੰਢਾਈਆਂ। ਉਸੇ ਤਰੀਕੇ ਨਾਲ ਰੇਤੇ ਦਾ ਜੋ ਅਰਬਾਂ ਰੁਪਇਆ ਪਹਿਲਾਂ ਲੋਕਾਂ ਨੇ ਕਮਾਇਆ, ਉਹ ਰੇਤੇ ਤੇ ਵੀ 5 ਰੁਪਏ 5.5 ਰੁਪਏ ਰੇਟ ਕਰਕੇ, ਨਾਲ ਇਹ ਵੀ ਕਿਹਾ ਮੁੱਖ ਮੰਤਰੀ ਨੇ, ਕਿਉਂਕਿ ਹਰ ਥਾਂ ਤੇ ਜਾ ਕੇ ਰੇਤਾ ਆਪ ਤਾਂ ਸੀਐਮ ਨੇ ਬਕਵਾਉਣਾ ਨਹੀਂ, ਤਾਂ ਉਹਨੇ ਨਾਲ ਇਹ ਵੀ ਕਿਹਾ ਵੀ ਜੇ ਕਿਤੇ ਕੋਈ 6 ਰੁਪਏ ਨੂੰ ਵੀ ਰੇਤਾ ਵੇਚ ਰਿਹਾ ਤਾਂ ਉਹਦੀ ਵੀਡੀਓ ਬਣਾ ਕੇ ਪਾਓ, ਨਾਲੇ ਤਾਂ ਉਹਨੂੰ ਚੱਕ ਕੇ ਅੰਦਰ ਦਿਓ, ਨਾਲੇ 25,000 ਰੁਪਇਆ ਤੁਹਾਨੂੰ ਇਨਾਮ ਦਊਗਾ। 5.5 ਰੁਪਏ ਤੋਂ ਵੱਧ ਰੇਤਾ ਨਹੀਂ ਖਰੀਦਣਾ। ਸੋ ਇਹ ਸਾਰੀਆਂ ਸਹੂਲਤਾਂ ਕਿਹਨੂੰ ਮਿਲ ਰਹੀਆਂ? ਸਾਡੇ ਆਮ ਇਨਸਾਨ ਨੂੰ, ਆਵਾਮ ਨੂੰ, ਸਾਡੇ ਗਰੀਬ। ਦੋਸਤੋ, ਬਹੁਤ ਥੋੜਾ ਸਮਾਂ ਚੰਨੀ ਜੀ ਨੂੰ ਮਿਲਿਆ, ਬਹੁਤ ਥੋੜਾ ਸਮਾਂ ਹਲੇ ਇੱਕ ਗਰੀਬ ਇਨਸਾਨ ਦੇ ਹੱਥ 'ਚ ਆਇਆ ਤੇ ਉਹ ਇਤਿਹਾਸਕ ਫੈਸਲੇ ਲੈ ਗਿਆ। ਐਸੇ ਤਰ੍ਹਾਂ ਨਾਲ ਬੀਬੀ ਭੱਠਲ ਨੂੰ ਵੀ ਬਹੁਤ ਥੋੜਾ ਸਮਾਂ ਮਿਲਿਆ ਸੀ, ਜਦੋਂ ਉਹਨਾਂ ਨੇ ਕਿਹਾ ਸੀ ਵੀ ਇੱਕ ਕਿਸਾਨ ਦੀ ਧੀ ਅੱਜ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੀ ਹੈ, ਦੱਸੋ ਮੈਂ ਕੀ ਕਰ ਸਕਦੀ ਹਾਂ। ਸਭ ਤੋਂ ਪਹਿਲਾਂ ਕਿਸਾਨਾਂ ਨੂੰ ਬੁਲਾ ਕੇ ਪੁੱਛਿਆ ਸੀ ਤੇ ਕਿਸਾਨ ਯੂਨੀਅਨਾਂ ਤੋਂ ਪੁੱਛ ਕੇ ਇਤਿਹਾਸਿਕ ਫੈਸਲੇ ਲਿੱਤੇ ਸੀ ਕਿਸਾਨਾਂ ਲਈ। ਜਿਹੜੀ 7 ਕਿੱਲੇ ਤੱਕ ਬਿਜਲੀ ਮਾਫੀ ਦੀ ਯੋਜਨਾ ਸਭ ਤੋਂ ਪਹਿਲਾਂ ਬੀਬੀ ਭੱਠਲ ਲੈ ਕੇ ਆਈ ਸੀ। ਸਾਡੀ ਬੀਬੀਆਂ ਲਈ, ਬਜ਼ੁਰਗਾਂ ਲਈ ਫ੍ਰੀ ਬੱਸ ਦੀ ਸੇਵਾ ਬੀਬੀ ਭੱਠਲ ਲੈ ਕੇ ਆਈ ਸੀ। ਇਸ ਤਰ੍ਹਾਂ ਦੇ 1-2 ਨਹੀਂ, 52 ਫੈਸਲੇ ਉਦੋਂ ਬੀਬੀ ਭੱਠਲ ਨੇ ਕੱਢੇ ਸੀ, ਜਿਨ੍ਹਾਂ ਨੇ ਪੂਰਾ ਦੇਸ਼ ਲਾ ਕੇ ਰੱਖਤਾ ਸੀ ਵੀ ਵਾਕਈ ਯਾਰ ਇੱਕ ਅਗਰ ਪਿੰਡਾਂ 'ਚ ਉੱਠ ਕੇ ਕਿਸਾਨ ਦੀ ਧੀ ਅੱਜ ਮੁੱਖ ਮੰਤਰੀ ਬਣੀ ਹੈ ਤਾਂ ਇਤਿਹਾਸ ਬਣਾਤਾ। ਪਰ ਜਿਹੜੇ ਸ਼ਾਹੂਕਾਰ, ਜਿਹੜੇ ਜ਼ਮੀਂਦਾਰ ਤਕੜੇ ਬਾਦਲਾਂ ਵਰਗੇ ਮੁੱਖ ਮੰਤਰੀ ਬਣਦੇ ਰਹੇ, ਉਹਨਾਂ ਨੂੰ ਇਹ ਰਾਸ ਨਹੀਂ ਆਇਆ ਵੀ ਇਹ ਗਰੀਬ ਦੀ ਧੀ ਜੇ ਇੰਨਾ ਕੁਝ ਕਰ ਗਈ ਤਾਂ ਸਾਨੂੰ ਕੌਣ ਪੁੱਛੂ। ਨਾਲ ਦੀ ਨਾਲ ਚੋਣ ਜਾਬਤਾ ਲਵਾਤੀ, ਇਹਨਾਂ ਦਾ ਆਪਦਾ ਖਾਸ ਬੰਦਾ ਸੀ ਚੋਣ ਕਮਿਸ਼ਨ 'ਚ, ਉਹ ਫੈਸਲੇ ਵਿੱਚ ਰਖਾ ਕੇ ਸਾਰੇ ਇਕੱਠੇ ਹੋ ਕੇ ਬੀਬੀ ਦੇ ਖਿਲਾਫ ਪੈ ਗਏ ਵੀ ਕਿਤੇ ਇਹ ਨਾ ਜਿੱਤ ਜੇ। ਉਹੀ ਗੱਲ ਹੋਈ, ਆਪਾਂ ਨੂੰ ਦੁਬਾਰਾ ਮੌਕਾ ਨਹੀਂ ਮਿਲਿਆ। ਉਸ ਵੇਲੇ ਜਦੋਂ ਸਰਕਾਰ ਨਹੀਂ ਆਈ ਤਾਂ ਆਪਾਂ ਐਸਾ ਪਿੱਛੇ ਪਏ ਵੀ ਉਹ ਫੈਸਲੇ 52 ਅੱਜ ਵੀ ਸਰਕਾਰ ਦੇ ਵਿੱਚ ਆਰਡੀਨੈਂਸ ਬਣੇ ਤੁਰੇ ਫਿਰਦੇ ਆ, ਲਾਗੂ ਕੁਛ ਨਹੀਂ। ਸੋ ਇਹ ਗਲਤੀ ਆਪਾਂ ਦੁਬਾਰਾ ਨਾ ਕਰ ਲਈਏ। ਜੋ ਅੱਜ ਪੰਜਾਬ ਦੇ ਪੂਰੇ ਸੂਬੇ ਦੇ ਵਿੱਚ ਇੱਕ ਹਵਾ ਉਡੀ ਵੀ, ਇੱਕ ਹਨੇਰੀ ਉਡੀ ਵੀ ਹੈ, ਜੋ ਕਾਂਗਰਸ ਪਾਰਟੀ ਅੱਜ ਬੱਚੇ ਦੇ ਨਾਮ ਤੇ ਜ਼ੁਬਾਨ ਤੇ ਨਾਮ ਹੈ ਸਾਡਾ ਚੰਨੀ, ਸਾਡਾ ਚੰਨੀ। ਸੋ ਉਸ ਚੰਨੀ ਦੀ ਆਪਾਂ ਇਸ ਗੱਲ ਨੂੰ ਦੇਖੀਏ ਵੀ ਥੋੜੇ ਸਮੇਂ ਜਾ ਕੇ ਉਹਨੇ ਕੀ ਕਰਦਾ ਹੈ। ਅਗਰ ਉਸਨੇ ਕੁਝ ਅੱਛਾ ਕਰਿਆ, ਅਗਰ ਉਸਦੀ ਸ਼ਖਸੀਅਤ ਅੱਛੀ ਹੈ ਤਾਂ ਸਾਨੂੰ ਇਹ ਮੌਕਾ ਦੇਣਾ ਚਾਹੀਦਾ
ਵੱਡੇ ਵੱਡੇ ਜ਼ਗੀਰਦਾਰਾਂ ਨੂੰ, ਵੱਡੇ ਵੱਡੇ ਸਰਮਾਏਦਾਰਾਂ ਨੂੰ ਆਪਾਂ ਇੰਨੇ ਸਾਲਾਂ ਸਾਲ 5-5 ਵਾਰ ਮੁੱਖ ਮੰਤਰੀ ਬਣਾਇਆ ਹੈ, ਤੇ ਅੱਜ ਅਗਰ ਇੱਕ ਗਰੀਬ ਦਾ ਪੁੱਤ ਆ ਕੇ ਇਸ ਕੰਮ ਕਰਨਾ ਚਾਹੁੰਦਾ ਹੈ ਤੇ ਆਪਣੇ ਤੋਂ ਸਮਾਂ ਮੰਗਦਾ ਹੈ, ਤਾਂ ਕੀ ਆਪਾਂ ਉਸ ਨੂੰ 5 ਸਾਲ ਦਾ ਸਮਾਂ ਨਹੀਂ ਦੇ ਸਕਦੇ? ਅੱਜ ਇੱਕ ਗਰੀਬ ਦਾ ਪੁੱਤ, ਉਸ ਨੂੰ ਇੰਨੀਆਂ ਸਹੂਲਤਾਂ ਤੋਂ ਕਿਉਂ ਕੱਢੀਏ ਅਸੀਂ ਵੀ ਹਾਂ ਭਾਈ ਤੂੰ ਆ 2 ਮਹੀਨੇ 'ਚ ਸਾਰਾ ਕੁਝ ਨਹੀਂ ਕਰਿਆ? ਇਸ ਲਈ ਅਸੀਂ ਇਸ ਗੱਲ ਦੇ ਖਿਲਾਫ ਹਾਂ। ਜੋ ਕੁਝ ਕਰਿਆ ਉਸ ਚੀਜ਼ ਤੇ ਉਹਨੂੰ ਸ਼ਾਬਾਸ਼ ਦਈਏ। ਇਹ ਤਾਂ ਉਹਦੇ ਕੇ ਇਮਤਿਹਾਨ ਸੋਚੀਏ ਜਿਹੜਾ ਉਹਨੇ ਇਮਤਿਹਾਨ ਦੇ ਕੇ ਪਾਸ ਕਰਕੇ ਦਿਖਾਇਆ ਵੀ ਹਾਂ ਮੇਰੇ ਕੋਲ ਯੋਜਨਾ, ਮੇਰੇ ਕੋਲ ਸੋਚ ਹੈ, ਤੇ ਇਸ ਨੂੰ ਦੇਖਦੇ ਹੋਏ ਉਸ ਨੂੰ ਅਗਲੇ 5 ਸਾਲ ਦਾ ਮੌਕਾ ਦਈਏ। ਜਦੋਂ ਵਾਕਈ ਇੱਕ ਗਰੀਬ ਦੀ ਸਰਕਾਰ ਬਣੂਗੀ, ਉਹ ਕੀ ਕਰ ਸਕਦੀ ਹੈ, ਕਿਸ ਤਰੀਕੇ ਨਾਲ ਚੱਲ ਸਕਦੀ ਹੈ, ਆਪਾਂ ਸੋਚ ਸਕਦੇ ਹਾਂ। ਸੋ ਮੇਰੀ ਇਹੀ ਗੁਜ਼ਾਰਿਸ਼ ਹੈ, ਕਿਉਂਕਿ ਗੱਲਾਂ ਵਾਲੇ ਬਹੁਤ ਆਉਣਗੇ, ਜਿਵੇਂ ਆ ਕਿਹਾ ਦਿੱਲੀੋਂ ਟੋਪੀ ਵਾਲਾ ਵੀ ਆਉਂਦਾ ਹੈ, ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ, ਆ ਕੇ ਉਹਦੇ ਵੱਡੇ ਵੱਡੇ ਐਲਾਨ ਕਰਦਾ ਹੈ, ਜਦੋਂ ਦਿੱਲੀ ਵਗ ਜਾਂਦਾ ਹੈ ਮੁੜ ਕੇ ਜਾ ਕੇ ਦਿੱਲੀ ਦਾ ਹੋ ਜਾਂਦਾ, ਸਾਡੇ ਬਾਰੇ ਖਿਲਾਫ ਬੋਲਣ ਲੱਗ ਜਾਂਦਾ। ਇੱਥੇ ਆਇਆ ਸੀ, ਕਹਿੰਦਾ ਸੀ ਪਾਣੀ ਪੰਜਾਬ ਦਾ, ਹਰਿਆਣੇ ਵਾਕਿਆ, ਕਹਿੰਦਾ ਹਰਿਆਣੇ ਦਾ, ਦਿੱਲੀ ਵਾਕਿਆ, ਕਹਿੰਦਾ ਨਾ ਦੋਵਾਂ ਦਾ ਨਹੀਂ, ਇਹ ਤਾਂ ਦਿੱਲੀ ਦਾ। ਜਦੋਂ ਆਉਂਦਾ ਇੱਥੇ ਆਉਂਦਾ ਕਹਿ ਦਿੰਦਾ ਮੈਂ ਕਿਸਾਨਾਂ ਦਾ ਹਤਾਸ਼ੀ ਆ ਦਿੱਲੀ 'ਚ ਜਾ ਕੇ ਸਭ ਤੋਂ ਪਹਿਲਾਂ ਜੇ ਕਿਸਾਨ ਵਿਰੋਧੀ ਇਹ ਜਿਹੜੇ ਕਾਨੂੰਨ ਨੇ ਤਿੰਨੇ ਅੱਜ ਪੂਰੇ ਦੇਸ਼ ਦੇ ਵਿੱਚ ਸਭ ਤੋਂ ਪਹਿਲਾਂ ਜੇ ਕਿਸੇ ਸੂਬੇ 'ਚ ਲਾਗੂ ਹੋਏ ਨੇ ਤਾਂ ਇਹ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਲਾਗੂ ਕਰੇ। ਕਿਉਂ? ਕਿਉਂਕਿ ਇਹ ਬੀਜੇਪੀ ਦੀ, ਨਰਿੰਦਰ ਮੋਦੀ ਦੀ B ਟੀਮ ਹੈ, RSS ਦੀ ਪੈਦਾਇਸ਼ ਹੈ। ਇਸ ਨੂੰ ਜਾਣ ਕੇ ਖੜਾ ਕਰਿਆ ਗਿਆ ਹੈ ਇਸੇ ਸੋਚ ਲਈ ਵੀ ਅਗਰ ਬੀਜੇਪੀ ਨੂੰ ਕੋਈ ਠੱਲ ਪਾ ਸਕਦਾ ਤਾਂ ਕਾਂਗਰਸ ਪਾ ਸਕਦੀ ਹੈ। ਇਹ ਕਾਂਗਰਸ ਦੀ ਵੋਟ ਤੋੜਨ ਲਈ ਇਹ ਪਾਰਟੀ RSS ਕਰਿਓ ਖੜੀ ਕਰੀ ਗਈ ਹੈ, ਤਾਂ ਕਿ ਜਿੱਥੇ ਬੀਜੇਪੀ ਦੀ ਸਰਕਾਰ ਹੈ ਠੀਕ ਹੈ, ਜੇ ਬੀਜੇਪੀ ਦੇ ਵਿਰੋਧੀਆਂ ਦੀ ਸਰਕਾਰ ਆਉਣੀ ਹੈ ਤਾਂ ਉੱਥੇ ਵੀ ਸਾਡੇ ਚੈਨਲ ਦੀ ਸਰਕਾਰ ਆ ਜੇ, ਤਾਂ ਕਿ ਗੇਮ ਅਸੀਂ ਆਪਸ 'ਚ ਖੇਡਦੇ ਰਹੀਏ, ਇੱਕ ਵਾਰੀ ਉਹਦੀ ਵਾਰੀ, ਇੱਕ ਵਾਰੀ ਉਹਦੀ ਵਾਰੀ। ਤਾਂ ਹੀ ਤੁਸੀਂ ਨਿਗਾਹ ਮਾਰ ਕੇ ਦੇਖੋ, ਜਦੋਂ ਦੀ ਆਮ ਆਦਮੀ ਪਾਰਟੀ ਪੈਦਾ ਹੋਈ ਹੈ ਉਹਦੇ ਦਾ ਮੋਦੀ ਤਕੜਾ ਹੋਣਾ ਸ਼ੁਰੂ ਹੋਇਆ, ਉਹਦੇ ਦਾ ਮੋਦੀ ਇਤਿਹਾਸਿਕ ਇਲੈਕਸ਼ਨਾਂ ਜਿੱਤਣੀਆਂ ਸ਼ੁਰੂ ਹੋਇਆ। ਨਹੀਂ ਪਹਿਲਾਂ ਬੀਜੇਪੀ ਦਾ ਪੈਰ ਨਹੀਂ ਲੱਗਣ ਦਿੰਦੇ ਸੀ। ਇਹ ਆਮ ਆਦਮੀ ਪਾਰਟੀ ਹੈ ਜਿਹੜੀ ਆ ਕੇ ਉਹਦੇ ਆਪੋਜੀਸ਼ਨ ਦੀਆਂ ਵਿਰੋਧੀ ਵੋਟਾਂ ਨੂੰ ਪਾੜ ਦਿੰਦੀ ਹੈ ਤੇ ਬੀਜੇਪੀ ਦਾ ਫਾਇਦਾ ਕਰਾ ਜਾਂਦੀ। ਸੋ ਦੋਸਤੋ, ਇਹ ਚੀਜ਼ਾਂ ਨੂੰ ਸੋਚ ਕੇ ਅਗਰ ਅੱਜ ਚੰਨੀ ਨੇ ਵਾਕਈ ਚੰਗੇ ਫੈਸਲੇ ਲੈਣੇ ਸ਼ੁਰੂ ਕਰੇ ਹੈ, ਅਗਰ ਵਾਕਈ ਆਪਾਂ ਇਸ ਚੀਜ਼ ਦੇ ਗੁਣ ਪਾਉਂਦੇ ਆ ਵੀ ਅੱਜ ਸਾਡਾ ਮੁੱਖ ਮੰਤਰੀ ਲੋਕਾਂ ਦੇ ਵਿੱਚ ਜਾ ਕੇ ਬੈਠਦਾ ਹੈ, ਅੱਜ ਜੋ ਸਾਨੂੰ ਸ਼ਿਕਾਇਤਾਂ ਸਾਡੇ ਮੁੱਖ ਮੰਤਰੀ ਤੋਂ ਸੀਗੀਆਂ ਉਹ ਸਾਨੂੰ ਪੂਰੀਆਂ ਕਰ ਰਿਹਾ ਹੈ, ਤਾਂ ਸਾਨੂੰ ਫਰਜ਼ ਬਣਦਾ ਹੈ ਵੀ ਆਪਾਂ ਹੋਰਾਂ ਨੂੰ ਵੀ ਇੰਨਾ ਸਮਾਂ ਦਿੱਤਾ ਹੈ ਤਾਂ ਇਸ ਮੁੱਖ ਮੰਤਰੀ ਨੂੰ ਵੀ 5 ਸਾਲ ਦਾ ਆਪਾਂ ਸਮਾਂ ਦਈਏ। ਕਾਂਗਰਸ ਪਾਰਟੀ ਦੀ ਸਰਕਾਰ 5 ਸਾਲ ਲਈ ਇੱਕ ਵਾਰੀ ਫੇਰ ਮੌਕਾ ਦੇ ਕੇ ਦੇਖੀਏ, ਤਾਂ ਕਿ ਇੱਕ ਗਰੀਬ ਦੇ ਹੱਥ 'ਚ ਜਦੋਂ ਸੰਪੂਰਨ ਤਾਕਤ ਆਉਂਦੀ ਹੈ ਤਾਂ ਉਹ ਕੀ ਕਰ ਸਕਦਾ ਹੈ। ਇਹ ਸੋਚ ਨਾਲ ਆਪਾਂ ਸਾਰੇ ਨਿਕਲੇ ਆ। ਬਾਕੀ ਮੈਨੂੰ ਤਾਂ ਜੋ ਹੁਕਮ ਲਾਇਆ ਹੈ ਮੈਂ ਆਪਣੇ ਕਰੀਓ ਕੋਸ਼ਿਸ਼ ਕਰੀ ਹੈ ਵੱਧ ਤੋਂ ਵੱਧ ਇਸ ਨੂੰ ਸਿਰੇ ਚੜਾਵਾਂ। ਬਹੁਤ ਚੀਜ਼ਾਂ ਹਲੇ ਹੋਣ ਵਾਲੀਆਂ ਰਹਿੰਦੀਆਂ, ਉਹਦੇ ਲਈ ਵੀ ਦਿਨ ਰਾਤ ਲੱਗਿਆ ਵਾਂ, ਮਿਹਨਤ ਕਰ ਰਿਹਾ। ਜੇ ਅਕਾਲ ਪੁਰਖ ਨੇ ਆਸ਼ੀਰਵਾਦ ਰੱਖਿਆ ਤਾਂ ਸਾਰੀਆਂ ਚੀਜ਼ਾਂ ਪੂਰੀਆਂ ਚਾੜਨ ਦੀ ਕੋਸ਼ਿਸ਼ ਕਰੂੰਗਾ। ਪਰ ਮੈਨੂੰ ਔਖ ਇਹੀ ਆ ਜਾਂਦੀ ਹੈ, ਘੁੰਮ ਫਿਰ ਕੇ ਜਦੋਂ ਕਿਤੇ ਜਾਣਾ ਤਾਂ ਗੱਲ ਇਹੀ ਆ ਜਾਂਦੀ ਹੈ, ਅੱਗੇ ਮੇਰੇ ਕੋਲੇ ਦਬਕਾ ਹੁੰਦਾ ਸੀ ਇਹ ਕਿਸੇ ਨੂੰ ਕਹਿਣ ਦਾ ਵੀ ਸਾਡਾ ਕੰਮ ਕਰਦਾ ਨਹੀਂ ਕਰਦਾ ਤਾਂ ਜਾ ਕੇ ਚੱਕੀਏ ਮੁੱਦਾ ਵਿਧਾਨ ਸਭਾ 'ਚ। ਹੁਣ ਜਦੋਂ ਵਿਧਾਨ ਸਭਾ ਦੀ ਗੱਲ ਕਰਦੇ ਆ ਕਹਿੰਦਾ ਚੱਲ ਯਾਰ ਤੂੰ ਤਾਂ ਆ ਰਿਹਾ ਮੈਂ ਰਹਿਣ ਦੇ। ਸੋ ਅੱਜ ਇਹ ਤਾਕਤ ਹੋਣ ਤੋਂ ਬਿਨਾਂ ਸੇਵਾ ਕਰ ਰਿਹਾ। ਕਾਲਪੁਰਖ ਕਰੇ ਅੱਗੇ ਮੌਕਾ ਆਵੇ ਹੋਰ ਤਕੜਾ ਹੋਵਾਂ ਤਾਂ ਕਿ ਐਸੇ ਤਰੀਕੇ ਨਾਲ ਤੁਹਾਡੀ ਸੇਵਾ ਕਰ ਸਕਾਂ। ਸਿਰਫ ਇਹੀ ਵਾਅਦਾ ਕਰੂੰਗਾ ਤੁਹਾਡੇ ਨਾਲ, ਕਿਉਂਕਿ ਤਾਕਤ ਕਿੰਨੀ ਆਉਣੀ ਹੈ ਕਿੰਨੀ ਨਹੀਂ ਆਉਣੀ ਉਹ ਤਾਂ ਲੋਕਾਂ ਦੇ ਹੱਥ 'ਚ ਹੈ। ਮੇਰੀ ਇੰਨੀ ਕੁ ਵਾਅਦਾ ਕਰਦਾ ਜਿੰਨੀ ਵੀ ਆਊਗੀ, ਥੋੜੀ ਆਵੇ ਵੱਧ ਆਵੇ, ਤੁਹਾਨੂੰ ਕਦੇ ਇਹ ਨਹੀਂ ਮਹਿਸੂਸ ਹੋਊਗਾ ਵੀ ਹਾਂ ਅੱਜ ਰਾਹੁਲ ਦੀ ਧੌਣ 'ਚ ਕਿੰਨਾ ਆ ਗਿਆ, ਅੱਜ ਇਹ ਫੁਕਰੀ 'ਚ ਆ ਗਿਆ, ਜਾਂ ਅੱਜ ਇਹ ਸਾਨੂੰ ਉਸ ਪਿਆਰ ਜਾਂ ਉਸ ਨਿੱਘ ਨਾਲ ਨਹੀਂ ਮਿਲ ਰਿਹਾ। ਮੈਂ ਲੀਡਰ ਨਹੀਂ, ਬੱਚਾ ਬਣ ਕੇ ਪਰਿਵਾਰ ਦਾ ਮੈਂਬਰ ਬਣ ਕੇ ਕੰਮ ਕਰਨਾ ਚਾਹੁੰਦਾ। ਪਿਛਲੇ 10-12 ਸਾਲ ਤੋਂ ਜਿਸ ਤਰ੍ਹਾਂ ਦੀ ਮੇਰੀ ਸ਼ਖਸੀਅਤ ਸੀ ਅੱਜ ਵੀ ਹੋਏ ਜਾਈਆਂ। ਪਹਿਲਾਂ ਵੀ ਜਿਵੇਂ ਬਜ਼ੁਰਗਾਂ ਦੇ ਗੋਦੀ ਹੱਥ ਲਾਉਂਦਾ ਸੀ, ਬੱਚਿਆਂ ਨੂੰ ਸਾਥੀਆਂ ਨੂੰ ਜੱਫੀ ਪਾ ਕੇ ਮਿਲਦਾ ਸੀ, ਅੱਜ ਵੀ ਉਵੇਂ ਮਿਲਦਾ ਤੇ ਅੱਜ ਤੋਂ 50 ਸਾਲ ਬਾਅਦ ਵੀ ਰਾਹੁਲ ਇੰਦਰ ਸਿੰਘ ਸਿੱਧੂ ਐਸੇ ਤਰ੍ਹਾਂ ਦੀ ਸ਼ਖਸੀਅਤ ਦਾ ਮਾਲਕ ਰਹੂਗਾ। ਇਹੀ ਤੁਹਾਨੂੰ ਵਿਸ਼ਵਾਸ ਦਿਵਾਉਣਾ। ਬਾਕੀ ਕਾਲਪੁਰਖ ਆਪਣੀ ਮਿਹਨਤ ਨੂੰ ਫਲ ਲਾਊਗਾ। ਤੁਸੀਂ ਸਾਰਿਆਂ ਨੇ ਇੰਨਾ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ। ਭੈਣ ਜੀ ਤੁਹਾਡੇ ਪਿੰਡ ਰਾਹੁਲ ਸਿੰਘ ਸਿੱਧੂ ਪਹੁੰਚੇ ਸੀਗੇ। ਹਾਂਜੀ ਸਰ। ਤੇ ਉਹਨੇ ਆਪਣੇ ਵੱਲੋਂ ਬੇਨਤੀ ਕਿ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਇਹਨਾਂ ਤੋਂ। ਸਰ ਮੇਰਾ ਨਾਮ ਪਰਮਜੀਤ ਕੌਰ ਹੈ, ਬੀਆਰ ਟੈਟ ਪਾਸ ਯੂਨੀਅਨ ਬੇਰੁਜ਼ਗਾਰ। ਮੈਂ 2018 ਤੋਂ ਟੈਟ ਕਲੀਅਰ ਹਾਂ। ਅਸੀਂ ਸਾਰੇ ਜਿੰਨੇ ਵੀ ਕੈਂਡੀਡੇਟ ਹਾਂ, ਠੀਕ ਹੈ। ਬਟ ਇਹ ਸਰਕਾਰਾਂ ਪਿਛਲੇ 5 ਸਾਲਾਂ ਤੋਂ ਲਾ ਲਓ, ਪੌਣੇ 5 ਸਾਲਾਂ ਤੋਂ ਵੀ ਆਪਣੇ ਵਾਅਦਿਆਂ ਤੋਂ ਮੁੱਕਰ ਰਹੇ ਨੇ, ਫਿਰ ਵੀ ਇਹ ਵੋਟਾਂ ਮੰਗਦੇ ਨੇ ਸਾਡੇ ਤੋਂ, ਠੀਕ ਹੈ। ਬਟ ਇਹੋ ਜਿਹਾ ਕੋਈ ਉਹ ਨਹੀਂ ਹੈਗਾ। ਇਹਨਾਂ ਨੇ ਸਾਡਾ ਬੰਦੇ, ਸਾਡਾ ਨਾਲ ਦਾ ਮਨੀਸ਼ ਫਾਜ਼ਿਲਕਾ, ਠੀਕ ਹੈ, ਤੇ ਜਸਵੰਤ ਘਬਾਇਆ 135 ਦਿਨਾਂ ਤੋਂ
ਜਲੰਧਰ ਪਾਣੀ ਵਾਲੀ ਟੈਂਕੀ ਤੇ ਬੈਠੇ ਨੇ, ਠੀਕ ਹੈ, ਬਟ ਇਹ ਕੋਈ ਗੌਰ ਹੀ ਨਹੀਂ ਕਰ ਰਹੇ ਹੈਗੇ। ਚੰਨੀ ਸਾਹਿਬ ਨੂੰ ਫੁਰਸਤ ਹੀ ਨਹੀਂ ਹੈਗੀ ਇਹਨਾਂ ਚੀਜ਼ਾਂ ਤੋਂ। ਜਿਵੇਂ ਕਿ ਤੁਸੀਂ ਰੌਲ ਸਿੰਘ ਸਿੱਧੂ ਨੂੰ ਮਿਲੇ, ਹਾਂਜੀ। ਨਹੀਂ ਪਬਲਿਕ ਦੇ ਵਿੱਚ ਮਿਲੇ, ਤੁਹਾਡੇ ਪਿੰਡ ਦੇ ਵਿੱਚ ਆਏ ਸੀ, ਤੁਹਾਨੂੰ ਹਾਂਜੀ। ਕੀ ਵਿਸ਼ਵਾਸ ਦਿਵਾਇਆ ਗਿਆ ਇਹਨਾਂ ਵੱਲੋਂ? ਇਹਨਾਂ ਨੇ ਸਿਰਫ ਇਹ ਕਿਹਾ ਵੀ ਅਸੀਂ ਮੈਂ ਨੁਮਾਇੰਦਾ ਛੋਟਾ ਜਿਹਾ, ਮੈਂ ਤੁਹਾਡੀ ਗੱਲ ਪਹੁੰਚਾਊਂਗਾ, ਬਟ ਮੈਨੂੰ ਕੋਈ ਲੱਗਦਾ ਨਹੀਂ ਹੈਗਾ ਕੋਈ ਜਿਵੇਂ ਐਡੀ। ਕਿ ਰੌਲ ਸਿੰਘ ਸਿੱਧੂ ਚੰਨੀ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਸਰਕਾਰ ਬਿਲਕੁਲ ਵੱਲੋਂ। ਖੋਖਲੇ ਦਾਅਵੇ ਨੇ ਸਰ, ਇਹ ਬਿਲਕੁਲ ਖੋਖਲੇ ਦਾਅਵੇ ਨੇ। ਇਹ ਇੱਕ ਵਾਅਦਾ ਪੂਰਾ ਨਹੀਂ ਕਰ ਰਹੇ ਹੈਗੇ। ਇਹ ਅੱਗੇ ਇਹ ਕਹਿੰਦੇ ਨੇ ਅਸੀਂ ਪ੍ਰੋਪਰ ਬਾਈਕਾਟ ਕਰਦੇ ਹਾਂ ਇਹਨਾਂ ਦਾ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ? ਸਰਕਾਰ ਨੂੰ ਸਾਡੇ ਵੱਲੋਂ ਤਾਂ ਸਿਰਫ ਚੇਤਾਵਨੀ ਹੈ ਵੀ ਅਸੀਂ ਇਹਨਾਂ ਦੇ ਖੋਖਲੇ ਵਾਅਦਿਆਂ 'ਚ ਨਹੀਂ ਆਉਣ ਵਾਲੇ ਹੈਗੇ ਇਸ ਵਾਰ, ਕਿਉਂਕਿ ਇਹਨਾਂ ਨੇ ਸਾਨੂੰ, ਅਸੀਂ ਪੜ੍ਹੇ ਲਿਖੇ ਵਰਗ ਤੋਂ ਹਾਂ, ਅਸੀਂ ਕੋਈ ਅਨਪੜ੍ਹ ਨਹੀਂ ਹੈਗੇ ਵੀ ਅਸੀਂ ਭੀਖ ਮੰਗ ਰਹੇ ਹਾਂ, ਆਪਣੇ ਹੱਕ ਮੰਗ ਰਹੇ ਇਹਨਾਂ ਤੋਂ, ਬਟ ਇਹ ਸਾਡਾ ਕੋਈ ਸੁਣਵਾਈ ਨਹੀਂ ਕਰ ਰਹੇ ਹੈਗੇ। ਕੱਲ ਸਾਡੇ ਸਾਥੀਆਂ ਨੇ ਜਲੰਧਰ ਵਿਖੇ, ਠੀਕ ਹੈ, ਅੱਗ ਪੈਟਰੋਲ ਪਾ ਕੇ ਸੁਸਾਈਡ ਕਰਨ ਦੀ ਕੋਸ਼ਿਸ਼ ਕਰੀ ਹੈ, ਪਰ ਇੱਕ ਵੀ ਪ੍ਰਗਟ ਸਰ ਦਾ ਜਾਂ ਚੰਨੀ ਸਰ ਦਾ ਕੋਈ ਬਿਆਨ ਨਹੀਂ ਆਇਆ ਹੈਗਾ। ਅਧਿਕਾਰੀ ਪਹੁੰਚਿਆ ਤੁਹਾਡੇ ਕੋਲ? ਬਿਲਕੁਲ ਵੀ ਕੋਈ ਉੱਚ ਅਧਿਕਾਰੀ ਨਹੀਂ ਪਹੁੰਚਿਆ, ਬਲਕਿ ਅੱਜ ਸਾਡੀ ਮੀਟਿੰਗ ਹੋਈ ਹੈ ਜਲੰਧਰ ਵਿਖੇ, ਬਟ ਇਹਨਾਂ ਨੇ ਸਿੰਪਲ ਇਹੀ ਗੱਲ ਕਹੀ ਹੈ ਵੀ ਤੁਹਾਡੀਆਂ SST ਪੰਜਾਬੀ ਹਿੰਦੀ ਦੀਆਂ ਪੋਸਟਾਂ ਮਾਈਨਸ ਨੇ। ਕਿਉਂ ਬਈ? ਪਿਛਲੇ 5 ਸਾਲਾਂ 'ਚੋਂ ਕੋਈ ਰਿਟਾਇਰ ਨਹੀਂ ਹੋਇਆ ਹੈਗਾ? ਕਿਉਂ ਤੁਹਾਡੇ ਕੋਲ ਕੋਈ ਭਰਤੀ ਖਾਲੀ ਨਹੀਂ ਹੋਈ ਹੈਗੀ? ਕਿਉਂ ਸਿਰਫ ਪੋਸਟਾਂ ਸਾਡੇ ਵਾਸਤੇ ਪੋਸਟਾਂ ਨਹੀਂ ਹੈਗੀਆਂ? ਜਿਹੜੇ ਆਪਣੇ ਲੀਡਰਾਂ ਨੂੰ ਇਹ ਪੋਸਟਾਂ ਦੇ ਰਹੇ ਨੇ, ਪ੍ਰਤਾਪ ਬਾਜਵਾ ਦਾ ਬੇਟਾ, ਉਹਨਾਂ ਨੂੰ ਇਹਨਾਂ ਨੇ ਸ਼ੀਟ ਦਿੱਤੀ, ਬਟ ਉਹ ਅੱਡ ਗੱਲ ਉਹਨਾਂ ਨੇ ਨਹੀਂ ਲਈ ਹੈਗੀ। ਆਹ ਸੁਲਤਾਨ ਰਜ਼ੀਆ ਮਲੇਰਕੋਟਲੇ ਤੋਂ, ਉਹਨਾਂ ਦੀ ਨੂੰਹ ਨੂੰ ਇਹਨਾਂ ਨੇ ਉੱਚੀ ਪੋਸਟ ਦਿੱਤੀ ਹੈ ਕੋਈ। ਕਿਉਂ ਬਈ? ਅਸੀਂ ਪੜ੍ਹ ਲਿਖੇ ਹਾਂ। ਹਾਂਜੀ ਹਾਂਜੀ, ਕਿਉਂ? ਅਸੀਂ ਪੜ੍ਹ ਲਿਖ ਕੇ ਅਸੀਂ ਸੜਕਾਂ 'ਤੇ ਖਾਣ ਨੂੰ ਆ, ਸਾਡੇ ਮਾਂ ਬਾਪਾਂ ਨੂੰ ਵੀ ਸਾਡੇ ਤੋਂ ਬਹੁਤ ਉਮੀਦਾਂ ਨੇ, ਬਟ ਇਹ ਕੋਈ ਗੌਰ ਹੀ ਨਹੀਂ ਫਰਮਾ ਰਹੇ। ਇਹਨਾਂ ਨੂੰ ਫੁਰਸਤ ਹੀ ਨਹੀਂ ਹੈਗੀ। ਖੋਖਲੇ ਵਾਅਦੇ, ਸਿਰਫ ਐਲਾਨਜੀਤ। ਜੇ ਤੁਹਾਡੀਆਂ ਮੰਗਾਂ ਨਾ ਪੂਰੀਆਂ ਅਸੀਂ ਤਾਂ ਬਹੁਤ, ਜਿੱਧਰ ਵੀ ਜਾਣਗੇ ਅਸੀਂ ਘੇਰਾਂਗੇ, ਅਸੀਂ ਬਾਈਕਾਟ ਕਰਾਂਗੇ, ਵਿਦ ਸਾਡੀ ਫੈਮਿਲੀ ਕਰੂਗੀ। ਅਸੀਂ ਪ੍ਰੋਪਰ ਬਾਈਕਾਟ ਕਰਦੇ ਹਾਂ ਕਾਂਗਰਸ ਦਾ, ਠੀਕ ਹੈ। ਅਸੀਂ ਬਹੁਤ ਬੰਦੇ ਹਾਂ, ਇਹ ਨਹੀਂ ਹੈਗੀ ਕਿ ਸਾਡੇ ਮਾਂ-ਬਾਪ ਵੀ ਕਰਨਗੇ ਨਾਲ। ਜਿੱਧਰ ਜਾਣਗੇ, ਚਾਹੇ ਛੋਟੇ ਤੋਂ ਛੋਟੇ ਕਸਬੇ ਜਾਣਗੇ, ਅਸੀਂ ਉੱਥੇ ਜਾ ਕੇ ਇਹਨਾਂ ਦਾ ਪੂਰਾ ਵਿਰੋਧ ਕਰਾਂਗੇ। ਇਹਦੇ ਵਿੱਚੋਂ ਕੀ ਲੱਗਿਆ ਸਾਨੂੰ? ਅੱਜ ਜੀ ਦੇਖੋ, ਜੋ ਕਾਫੀ ਦੇਰ ਦੀ ਸਾਡੀ ਉਰੇ ਮੰਗਾਂ ਸੀਗੀਆਂ ਇਲਾਕੇ ਦੀਆਂ, ਉਹਦੇ ਲਈ ਸਾਨੂੰ ਗ੍ਰਾਂਟ ਦੀ ਬੜੀ ਜ਼ਰੂਰਤ ਸੀ, ਜੋ ਅਸੀਂ ਪਿਛਲੇ ਬਹੁਤ ਸਮੇਂ ਤੋਂ ਸਾਡੇ CM ਸਾਹਿਬ, ਕੈਪਟਨ ਸਾਹਿਬ ਤੋਂ ਮੰਗ ਰਹੇ ਸੀ, ਪਰ ਉਹਨਾਂ ਨੇ ਸਾਨੂੰ ਇਹ ਗ੍ਰਾਂਟਾਂ ਦਿੱਤੀਆਂ ਨਹੀਂ। ਅਤੇ ਹੁਣ ਜਿਹੜੇ ਨਵੇਂ CM ਸਾਹਿਬ ਆਏ ਹੈ, ਉਹਨਾਂ ਨੇ ਸਾਨੂੰ ਖੁੱਲ੍ਹੇ ਗ੍ਰਾਂਟਾਂ ਦੇ ਦਿੱਤੇ ਹੈ, ਜਿਹੜੀ ਕਿ ਹੁਣ ਅਸੀਂ ਵੱਖ-ਵੱਖ ਪਿੰਡਾਂ 'ਚ ਜੋ ਇੱਕ ਐਗਜ਼ਾਮਪਲ ਕ੍ਰੀਏਟ ਕਰਨ ਵਾਲਾ ਕੰਮ ਕਰ ਰਹੇ ਹਾਂ। ਅਸੀਂ ਇਸ ਤਰ੍ਹਾਂ ਦਾ ਹਲਕਾ ਬਣਾ ਰਹੇ ਹਾਂ। ਅਸੀਂ 2 ਹਿੱਸਿਆਂ 'ਚ ਕੰਮ ਕਰ ਰਹੇ ਹਾਂ। ਇੱਕ ਤਾਂ ਜੋ ਪਿੰਡ ਦੀਆਂ ਮੰਗਾਂ ਆਉਂਦੀਆਂ, ਕੋਈ ਥਾਈਆਂ ਦੀ ਮੰਗ ਹੈ, ਕੋਈ ਸ਼ਮਸ਼ਾਨ ਘਾਟ ਦੀ ਹੈ, ਕੋਈ ਕੁਛ ਹੈ, ਜਿਸ ਤਰੀਕੇ ਨਾਲ ਪਿੰਡ ਦੀ ਡਿਮਾਂਡ ਹੁੰਦੀ ਹੈ। ਸਾਡੀ ਇਹ ਸੋਚ ਹੈ ਵੀ ਕੋਈ ਥਾਈ ਨਾ ਬਚ ਜੇ, ਕੋਈ ਧਰਮਸ਼ਾਲਾ ਨਾ ਰਹਿ ਜੇ, ਕੋਈ ਕਿਤੇ ਗੰਦਾ ਪਾਣੀ ਦਾ ਨਿਕਾਸ ਕਨੀਓ ਨਾ ਰਹਿ ਜਾਵੇ, ਕੋਈ ਸ਼ਮਸ਼ਾਨ ਘਾਟ ਦਾ ਬੁਰਾ ਹਾਲ ਨਾ ਰਹੇ। ਇਹ ਤਾਂ ਸਾਰੇ ਕਵਰ ਕਰਨੇ ਹੀ ਕਰਨੇ ਆ। ਇਸ ਤੋਂ ਇਲਾਵਾ ਪੂਰੇ ਹਲਕੇ ਦੇ ਸਾਰੇ ਪਿੰਡ ਤੇ ਸ਼ਹਿਰਾਂ ਨੂੰ ਅਸੀਂ CCTV ਕੈਮਰੇ ਦੀ ਜਿਹੜੀ ਕਵਰੇਜ ਨਾਲ ਜੋੜਨਾ ਚਾਹੁੰਦੇ ਹਾਂ, ਤਾਂ ਕਿ ਸਾਡੀ ਧੀਆਂ ਭੈਣਾਂ ਲਈ, ਸਾਡੇ ਲੋਕਾਂ ਲਈ ਕੋਈ ਵੀ ਵਾਰਦਾਤ ਦੀ ਚਿੰਤਾ ਨਾ ਹੋਵੇ, ਉਰੇ ਖੁੱਲ੍ਹੀ ਤਰੀਕੇ ਨਾਲ ਬਿਨਾਂ ਕਿਸੇ ਟੈਨਸ਼ਨ ਤੋਂ ਸੇਫਟੀ ਦੇ ਨਾਲ ਰਹਿ ਸਕਣ। ਇਸ ਤੋਂ ਇਲਾਵਾ ਜਿਹੜੇ ਪਿੰਡਾਂ 'ਚ ਸਟਰੀਟ ਲਾਈਟਾਂ ਦੀ ਜ਼ਰੂਰਤ ਹੈ, ਉਹ ਇੱਕ ਅਸੀਂ ਕਾਮਨ ਪ੍ਰੋਜੈਕਟ ਰੱਖਿਆ ਸਾਰੇ ਪਿੰਡਾਂ ਨੂੰ ਸਟਰੀਟ ਲਾਈਟਾਂ ਦੇਣ ਦਾ। ਜਿਹੜੀ ਸਾਡੀ ਪਿੰਡ ਦੀ ਬਿਊਟੀਫਿਕੇਸ਼ਨ ਹੈ, ਕਿਉਂਕਿ ਹਰ ਬੰਦਾ ਚਾਹੁੰਦਾ ਵੀ ਮੇਰਾ ਜਿਹੜਾ ਘਰ ਹੈ ਉਹ ਸੋਹਣਾ ਹੋਵੇ, ਮੇਰਾ ਪਿੰਡ ਸੋਹਣਾ ਹੋਵੇ, ਤਾਂ ਸਪੈਸ਼ਲ ਬਿਊਟੀਫਿਕੇਸ਼ਨ ਲਈ ਪਹਿਲੀ ਵਾਰੀ ਹੋਊਗਾ ਵੀ ਪਿੰਡ ਦੀ ਖੂਬਸੂਰਤੀ ਲਈ ਸਪੈਸ਼ਲ ਗ੍ਰਾਂਟ ਦਿੱਤੀ ਗਈ ਹੋਵੇ। ਖਾਸ ਤੌਰ 'ਤੇ ਜਿਹੜੀਆਂ ਧੁੰਦਾਂ ਦੇ ਵਿੱਚ ਹੁਣ ਅੱਗੇ ਸੜਕਾਂ ਹੈਗੀਆਂ, ਧੁੰਦਾਂ ਆਉਣੀਆਂ ਨੇਗੀਆਂ, ਤਾਂ ਉਹ ਸੜਕਾਂ ਦੀ ਰੇਡੀਅਮ ਪਲੇਟਸ ਬਣਾਉਣੀਆਂ, ਕਿਨਾਰੀਆਂ ਬਣਾਉਣੀਆਂ, ਪੱਟੀਆਂ ਲਾਉਣੀਆਂ, ਉਹ ਸਾਰੀ ਡਿਵੈਲਪ ਕਰਾ ਕੇ, ਤਾਂ ਕਿ ਇੱਕ ਪੂਰੀ ਐਗਜ਼ਾਮਪਲਰੀ ਚੀਜ਼ ਬਣੇ। ਇਸ ਤੋਂ ਇਲਾਵਾ ਅਸੀਂ ਹੋਰ ਵੀ ਜਿਵੇਂ ਵੱਖ-ਵੱਖ ਥਾਵਾਂ 'ਤੇ ਮਾਡਰਨ ਬੱਸ ਸਟੈਂਡਸ ਬਣਾ ਰਹੇ ਹਾਂ, ਠੀਕ ਹੈ ਨਾ। ਅਸੀਂ ਜਿਹੜੀਆਂ ਆਪਣਾ ਕਨਵੈਕਸ ਮਿਰਰਸ ਨੇ ਉਹ ਲਾ ਰਹੇ ਹਾਂ। ਸੋ ਇਹ ਮਤਲਬ ਦੋ ਚੀਜ਼ਾਂ ਕਰ ਰਹੇ ਹਾਂ ਵੀ ਇੱਕ ਤਾਂ ਜਿਹੜੀ ਜਨਰਲ ਡਿਵੈਲਪਮੈਂਟ, ਇੱਕ ਕੁਛ ਐਸੀ ਸੋਚ ਜਿਹੜੀ ਸਾਡੇ ਇਲਾਕੇ ਨੂੰ ਇੱਕ ਨਵੀਂ ਚਿਰਾਂ 'ਤੇ ਲੈ ਕੇ ਜਾਵੇ। ਸੋ ਉਹਦੇ ਤਹਿਤ ਅਸੀਂ ਅੱਜ ਚੰਨੀ ਸਰਕਾਰ ਵੱਡੇ ਦਾਅਵੇ ਕਰ ਰਹੀ ਹੈ, ਕੀ ਲੱਗਦਾ ਕਿ ਤੁਹਾਨੂੰ ਉਤਰਨਗੇ? ਦੇਖੋ ਜੀ, ਚੰਨੀ ਸਾਹਿਬ ਇਕੱਲੇ ਦਾਅਵੇ ਨਹੀਂ, ਉਹ ਕੰਮ ਵੀ ਕਰ ਰਹੇ ਨੇ, ਠੀਕ ਹੈ। ਪਹਿਲਾਂ ਜੇ ਅਨਾਊਂਸ ਨਹੀਂ ਕਰਨਗੇ ਤਾਂ ਕੰਮ ਕਿਵੇਂ ਹੋਊਗਾ? ਸੋ ਪਹਿਲਾਂ ਉਹਦੀ ਸੋਚ ਦੱਸਦੇ ਵੀ ਆਹ ਮੇਰੀ ਸੋਚ ਹੈ, ਇਹਨੂੰ ਮੈਂ ਪੂਰਾ ਕਰੂੰਗਾ, ਤਾਂ ਮੁੜ ਕੇ ਉਹਨੂੰ ਪੂਰਾ ਚਾੜਦੇ। ਹੁਣ ਸਿਰਫ ਦਿੱਕਤ ਇਹ ਹੈ ਵੀ ਸਮਾਂ ਬਹੁਤ ਥੋੜ੍ਹਾ ਹੈ, ਤਾਂ ਹੋ ਸਕਦਾ ਕੁਛ ਚੀਜ਼ਾਂ ਪੂਰੀਆਂ ਹੋਣ ਕਿ ਨਹੀਂ ਉਹ ਰਹਿ ਵੀ ਜਾਣ, ਪਰ ਜ਼ਿਆਦਾਤਰ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਚੰਨੀ ਸਾਹਿਬ ਨੇ ਜੋ ਕਿਹਾ ਉਹ ਪੂਰਾ ਕਰਿਆ। ਜਿਵੇਂ ਕਿ ਉਹਨਾਂ ਨੇ ਕਿਹਾ ਸੀ ਬਿਜਲੀ ਦਾ ਮੈਂ ਰੇਟ ਘਟਾਊਂਗਾ, ਉਹ ਉਹਨਾਂ ਨੇ 3 ਰੁਪਏ ਯੂਨਿਟ। ਅੱਜ ਬਿਜਲੀ ਦਾ ਬਿੱਲ ਅੱਧਾ ਆਉਂਦਾ ਨਾ, ਜਦੋਂ ਮਾਵਾਂ ਭੈਣਾਂ ਬਹੁਤ ਸਾਨੂੰ ਸੀਸਾਂ ਦਿੰਦੀਆਂ ਇਸ ਚੀਜ਼ ਦੀਆਂ। ਜਦੋਂ ਸਾਡੇ 2 ਕਿਲੋਵਾਟ ਦੇ ਬਿੱਲ ਮਾਫ ਨੇ, ਉਹ ਬਕਾਇਦਾ ਬਿੱਲ 'ਤੇ ਹੀ ਲਿਖ ਕੇ ਆਉਂਦਾ ਵੀ ਤੁਹਾਡਾ ਬਿੱਲ ਸਰਕਾਰ ਨੇ ਭਰਤਾ, ਉਹ ਲਾਗੂ ਕਰਿਆ। ਪੈਟਰੋਲ ਦੇ ਜਿਹੜੇ ਰੇਟ ਘਟਾਏ ਨੇ ਪੂਰੇ ਦੇਸ਼ ਸਭ ਤੋਂ ਘੱਟ ਕਰੇ ਆ, ਡੀਜ਼ਲ ਦੇ ਜਿਹੜੇ ਰੇਟ ਪੂਰੇ ਦੇਸ਼ ਸਭ ਤੋਂ ਘੱਟ ਕਰੇ ਆ, ਲਾਗੂ ਕਰੀਆਂ ਚੀਜ਼ਾਂ। ਇਹ ਉਹਨੇ ਜਿਹੜੀਆਂ ਆਲਰੇਡੀ ਕਰਤੀਆਂ, ਇਹ ਆਪਣੇ ਆਪ 'ਚ ਇਤਿਹਾਸਿਕ ਚੀਜ਼ਾਂ ਨੇ। ਲੋਕਾਂ ਲਈ ਇੱਕ ਚੀਜ਼ ਦੇ ਨਾਮ ਦੀ ਵੋਟਾਂ ਲੈ ਜਾਂਦੇ। ਚੰਨੀ ਜੀ ਨੇ ਤਾਂ ਸਾਰਾ ਕੁਛ ਕਰਤਾ, ਬਾਕੀ ਉਹਨਾਂ ਦਾ ਸੁਪਨਾ, ਉਹਨਾਂ ਦਾ ਵਿਜ਼ਨ ਹੈ। ਤਾਂ ਅਸੀਂ ਲੋਕਾਂ ਨੂੰ ਵੀ ਇਹੀ ਕਹਿੰਦੇ ਹਾਂ ਵੀ ਜੇ ਆਪਾਂ ਇੰਨੇ ਮੌਕੇ 20, 25, 30 ਸਾਲ ਸ਼ਾਹੂਕਾਰਾਂ ਨੂੰ, ਜਗੀਰਦਾਰਾਂ ਨੂੰ ਦਿੱਤੇ ਹੈ, ਤਾਂ ਅੱਜ ਇੱਕ ਗਰੀਬ ਦੇ ਬੱਚੇ ਨੇ 2 ਮਹੀਨਿਆਂ 'ਚ ਧੜਥੱਲੀ ਮਚਾਤੀ, ਤਾਂ ਕੀ ਅਸੀਂ ਉਹਨੂੰ 5 ਸਾਲ ਨਹੀਂ ਹੋਰ ਦੇ ਸਕਦੇ ਵੀ ਉਹ ਸਾਨੂੰ ਕੁਛ ਕਰਕੇ ਦਿਖਾਵੇ? ਸਰ, ਇੱਕ ਵੱਖ-ਵੱਖ ਪਿੰਡਾਂ 'ਚ ਸੁਣਨ ਨੂੰ ਮਿਲਿਆ ਕਿ ਜੋ ਛੱਤਾਂ ਦੇ ਪੈਸੇ ਨੇ ਜਾਂ ਕੜੀਆਂ ਵਾਲੇ ਪੈਸੇ ਕੀ
ਲੋਕਾਂ ਦੀ ਹਾਂ ਇਹਦੀ ਜੀ ਨਹੀਂ ਇਹਦੀ ਬੜੀ ਦਿੱਕਤ ਆਉਂਦੀ ਹੈ ਜੀ ਇਹਦੇ ਵਿੱਚ। ਬੜੀ ਵਧੀਆ ਤੁਸੀਂ ਗੱਲ ਕਰ ਰਹੇ ਹੋ, ਮੈਂ ਤੁਹਾਡੇ ਰਾਹੀਂ ਸਾਡੇ ਪਿੰਡਾਂ ਨੂੰ ਵੀ ਦੱਸਣਾ ਚਾਹੂੰਗਾ। ਇਹਦੇ ਜਿਹੜੀ ਕੜੀਆਂ ਵਾਲੇ ਪੈਸੇ ਆ ਨਾ, ਇਹਦੇ ਦੋ ਹਿੱਸੇ ਨੇ। ਇੱਕ ਜ਼ਿੰਮੇਵਾਰੀ ਪੰਜਾਬ ਸਰਕਾਰ ਕੋਲੇ ਹੈ, ਉਹ ਹੈ ਵੀ ਜਾਇਜ਼ ਤੇ ਯੋਗ ਲੋਕਾਂ ਦੀ ਭਾਲ ਕਰਕੇ ਉਹਨੂੰ ਅਪਰੂਵ ਕਰਨਾ ਵੀ ਹਾਂ ਜੀ ਆਹ ਬੰਦੇ ਦੀ ਛੱਤ ਪੈਣੀ ਚਾਹੀਦੀ ਹੈ, ਠੀਕ ਹੈ। ਉਹ ਕੰਮ ਸਾਡੇ ਹੱਥੇ ਆ, ਉਹ ਅਸੀਂ ਫਟਾਫਟ ਕਰਕੇ ਭੇਜ ਦਿੰਦੇ ਹਾਂ। ਉਸ ਤੋਂ ਬਾਅਦ ਜਿਹੜਾ ਉਹ ਪੈਸਾ ਆਉਣਾ ਹੈ ਉਹ ਸੈਂਟਰ ਦੀ ਸਰਕਾਰ ਦੇ ਹੱਥੇ ਹੈ। ਉਹਨਾਂ ਨੇ ਜਦੋਂ ਵੀ ਸਾਡੀ ਉਹ ਸਾਈਟ ਖੋਲ੍ਹ ਕੇ ਪੈਸਾ ਪਾਉਂਦੇ ਹੈ ਤਾਂ ਅੱਗੇ ਲੋਕਾਂ ਨੂੰ ਮਿਲ ਜਾਂਦਾ ਹੈ। ਹੁਣ ਉਹ ਸੈਂਟਰ ਸਰਕਾਰ BJP ਦੀ ਹੈ, ਤਾਂ ਉਹ ਕਦੋਂ ਪੈਸਾ ਆਉਣਾ ਹੈ ਕਦੋਂ ਨਹੀਂ ਆਉਣਾ ਅਸੀਂ ਉਸ 'ਤੇ ਕੋਈ ਮਤਲਬ ਪ੍ਰੈਸ਼ਰ ਨਹੀਂ ਪਾ ਸਕਦੇ, ਬੇਨਤੀਆਂ ਹੀ ਕਰ ਸਕਦੇ, ਉਹ ਅਸੀਂ ਕਰਦੇ ਰਹਿੰਦੇ ਹਾਂ। ਪਰ ਸਾਨੂੰ ਇਹ ਹੈ ਵੀ ਘੱਟੋ ਘੱਟ ਜਿਹੜੇ ਯੋਗ ਬੰਦੇ ਨੇ ਉਹਨਾਂ ਦੇ ਫਟਾਫਟ ਅਸੀਂ ਅਪਰੂਵਲ ਕਰ ਦਈਏ, ਤਾਂ ਕਿ ਕੱਲ੍ਹ ਨੂੰ ਕੋਈ ਕੱਟ ਨਹੀਂ ਸਕਦਾ। ਉਹਨਾਂ ਦੇ ਪੈਣਗੇ ਪੈਸੇ, ਅੱਜ ਨਹੀਂ ਪੈਣਗੇ ਕੱਲ੍ਹ ਪੈ ਜਾਣਗੇ, ਪਰ ਪੈ ਜ਼ਰੂਰ ਜਾਣਗੇ। ਸੋ ਇਹ ਥੋੜ੍ਹੀ ਜਿਹੀ ਕਲੈਰੀਫਿਕੇਸ਼ਨ ਦੀ ਲੋੜ ਹੈ। ਕੇਜਰੀਵਾਲ ਮੰਤਰੀ ਸਾਹਿਬ ਬੜੇ ਦਾਅਵੇ ਕਰ ਰਹੇ ਹਨ ਪੰਜਾਬ ਦੇ, ਤੁਹਾਨੂੰ ਕੀ ਲੱਗਦਾ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਕੇਜਰੀਵਾਲ ਤਾਂ ਸਿਰਫ ਇੱਕ ਗੱਲਾਂ ਦੀ ਕੜੀ ਖਾਂਦਾ ਹੈ। ਉਹ ਬੰਦੇ ਦੀ ਗੱਲਾਂ ਦੀ ਕੜੀ ਉਹ ਖਾਂਦਾ ਜਿਹਦੀ ਕੋਈ ਜ਼ੁਬਾਨ ਹੀ ਨਹੀਂ, ਜਿਹਦਾ ਕੋਈ ਥਾਂ ਹੀ ਨਹੀਂ, ਕੋਈ ਸਟੈਂਡ ਹੀ ਨਹੀਂ। ਤੁਸੀਂ ਇਹ ਦੇਖੋ, ਉਹੀ ਕੇਜਰੀਵਾਲ ਹੈ ਜਿਹੜਾ ਆਪਦੇ ਬੱਚਿਆਂ ਦੀ, ਖੁਦ ਦੇ ਬੱਚਿਆਂ ਦੀ ਸਹੁੰ ਖਾ ਕੇ, ਜਿਹੜਾ ਬੰਦਾ ਰਾਜਨੀਤਿਕ ਲਾਲਚ ਲਈ ਆਪਦੇ ਬੱਚਿਆਂ ਦੀ ਸਹੁੰ ਖਾ ਕੇ ਮੁੱਕਰ ਸਕਦਾ, ਉਹ ਬੰਦੇ ਦਾ ਕੀ ਕਿਰਦਾਰ ਹੋਊਗਾ ਯਾਰ? ਕਿਸੇ ਨਾਲ ਕੀ ਵਫਾ ਨਿਭਾਊਗਾ ਉਹ ਬੰਦਾ? ਉਹੀ ਕੇਜਰੀਵਾਲ ਹੈ ਅੱਜ ਦਿੱਲੀ ਦਾ ਮੁੱਖ ਮੰਤਰੀ ਹੈ, ਜਿੱਥੇ ਪੂਰੇ ਦੇਸ਼ ਦੀ ਰਾਜਧਾਨੀ ਹੈ। ਸਭ ਤੋਂ ਵੱਧ ਟੈਕਸ ਦੀ ਕਮਾਈ, ਸਾਰੀ ਕੰਪਨੀਆਂ ਦੇ ਹੈੱਡਕੁਆਟਰ, ਵੱਡੇ ਵੱਡੇ ਉਦਯੋਗਪਤੀਆਂ ਦੇ ਹੈੱਡਕੁਆਟਰ ਉੱਥੇ ਆ। ਅਰਬਾਂ ਰੁਪਈਏ ਟੈਕਸ ਇਹਨਾਂ ਨੂੰ ਇਕੱਠਾ ਹੁੰਦਾ, ਪੰਜਾਬ ਤੋਂ ਤਾਂ ਕਈ ਗੁਣਾ ਜ਼ਿਆਦਾ ਟੈਕਸ ਇਕੱਠਾ ਹੁੰਦਾ। ਅਤੇ ਥੋੜ੍ਹੀ ਜਿਹੀ ਸੰਖਿਆ ਹੈ, ਜ਼ਿਆਦਾਤਰ ਅਮੀਰ ਲੋਕ ਨੇ ਉੱਥੇ, ਤਾਂ ਥੋੜ੍ਹੇ ਜਿਹੇ ਗਰੀਬ ਨੇ, ਉਹਨਾਂ ਨੂੰ ਨਹੀਂ ਇਹ ਦੇ ਪਾ ਰਿਹਾ, ਕੁਛ ਕਰ ਨਹੀਂ ਪਾ ਰਿਹਾ। ਇਹ ਗੱਲਾਂ ਕਰਦਾ ਉਰੇ ਆ ਕੇ ਵੀ ਸਾਡੀ ਮਾਵਾਂ ਨੂੰ ਮੈਂ 1000 ਰੁਪਈਆ ਦੇਵਾਂਗਾ ਜੀ। ਸਾਡੇ ਤਾਂ ਐਡਾ ਵੱਡਾ ਪੰਜਾਬ ਹੈ, ਐਡੀ ਵੱਡੀ ਸੰਖਿਆ ਹੈ, ਅਤੇ ਆਲਰੇਡੀ ਅਸੀਂ ਤਾਂ ਕਰਜ਼ੇ 'ਚ ਡੁੱਬੇ ਪਏ ਹਾਂ। ਤੂੰ ਭਾਈ ਦਿੱਲੀ, ਜਿੱਥੇ ਭੋਰਾ ਕੁ ਦਿੱਲੀ ਹੈ, ਭੋਰਾ ਕੁ ਸੰਖਿਆ ਹੈ, ਅਤੇ ਇੰਨਾ ਖੁੱਲ੍ਹਾ ਟੈਕਸ ਹੈ, ਉੱਥੇ ਤਾਂ ਤੂੰ 100 ਰੁਪਈਆ ਵੀ ਨਹੀਂ ਦੇ ਸਕਿਆ। ਇੱਥੇ ਤੂੰ ਕਹਿੰਦਾ ਮੈਂ 1000 ਰੁਪਈਆ ਦੇਵਾਂਗਾ। ਇਹ ਸਭ ਗੱਲਾਂ ਦੀ ਖੇਡ। ਸਰ, ਇੱਕ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਢੀਂਡਸਾ ਸਿੰਘ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਇਹ ਤਾਂ ਬਿੱਲੀ ਥੈਲਿਓਂ ਬਾਹਰ ਆ ਗਈ। ਜੋ 4.5 ਸਾਲ ਲਹਿਰਾ ਹਲਕਾ ਵਿਕਾਸ ਤੋਂ ਇੰਨੀ ਕੁ ਦੂਰੀ 'ਤੇ ਰਿਹਾ, ਉਹਦਾ ਕਿਤੇ ਨਾ ਕਿਤੇ ਬਹੁਤ ਵੱਡਾ ਕਾਰਨ ਸੀ। ਹਾਲਾਂਕਿ ਮੈਂ ਫਿਰ ਵੀ ਧੰਨਵਾਦ ਕਰਨਾ ਚਾਹੂੰਗਾ ਸਾਡੇ ਬਹੁਤ ਸਾਰੇ ਮੰਤਰੀਆਂ ਦਾ ਅਤੇ ਬਹੁਤ ਸਾਰੇ ਅਫਸਰਾਂ ਦਾ, ਜਿਨ੍ਹਾਂ ਨੇ ਸਾਨੂੰ ਫਿਰ ਵੀ ਬਹੁਤ ਕੁਝ ਦਿੱਤਾ। ਬਹੁਤ ਜਿੱਤੇ MLA ਨਾਲੋਂ ਵੀ ਜ਼ਿਆਦਾ ਕੰਮ ਅਸੀਂ ਆਪਦੇ ਹਲਕੇ 'ਚ ਕਰਾ ਬੈਠੇ। ਪਰ CM ਸਾਹਿਬ ਕਨੀਓ ਸਾਨੂੰ ਹਰ ਥਾਂ 'ਤੇ ਜਾ ਕੇ ਤਾਂ ਹੀ ਹੁਣ ਸਮਝ ਆਉਂਦਾ ਵੀ ਕਿਉਂ ਰਿਚਣਾ ਸਾਹਮਣੇ ਨਜ਼ਰ ਆਉਂਦੀਆਂ ਸੀ, ਕਿਉਂਕਿ ਕੈਪਟਨ ਸਾਹਿਬ ਅਤੇ ਢੀਂਡਸਾ ਸਾਹਿਬ ਬਹੁਤ ਪੁਰਾਣੇ ਮਿਲੇ ਹੋਏ ਸੀ। ਇਹ ਰਲ ਕੇ ਗੇਮ ਖੇਡੀ ਗਈ ਹੈ। ਬੀਬੀ ਭੱਠਲ ਨੂੰ ਕਹਿੰਦੇ ਨਾ, ਹਮੇ ਤੋਂ ਆਪਣੋਂ ਨੇ ਮਾਰਾ ਗੈਰੋਂ ਮੇਂ ਕਹਾਂ ਦਮ ਥਾ। ਇਹ ਰਲ ਕੇ ਗੇਮ ਖੇਡੀ ਗਈ ਹੈ। ਅਤੇ ਬੀਬੀ ਭੱਠਲ ਦੀ ਪੋਪੂਲੈਰਿਟੀ ਨੂੰ ਦੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਸ ਤਰ੍ਹਾਂ ਦੇ ਛਡਯੰਤਰ ਖੇਡੇ ਆ, ਇਹ ਇਕੱਲਾ ਅੱਜ ਮੈਂ ਨਹੀਂ ਕਹਿ ਰਿਹਾ। ਇਹਨਾਂ ਦਾ ਆਪਦਾ ਪ੍ਰਿੰਸੀਪਲ ਸੈਕਟਰੀ, ਇਹਨਾਂ ਦਾ ਆਪਦਾ ਰਾਜਗਰ ਹੈ। ਉਹਨੇ ਇੱਕ YouTube 'ਤੇ ਇੰਟਰਵਿਊ ਦਿੱਤੀ ਹੈ ਕਿਸੇ ਪੱਤਰਕਾਰ ਨੂੰ, ਜਿਹਦੇ ਵਿੱਚ ਉਹਨੇ ਦੱਸਿਆ ਵੀ ਅਸੀਂ ਇਸ ਤਰੀਕੇ ਨਾਲ ਬੀਬੀ ਭੱਠਲ 'ਤੇ ਝੂਠਾ 20 ਲੱਖ ਦਾ ਕੇਸ ਬਣਾਇਆ, ਜਿਹਦੇ ਲਈ ਸੀਕਰੇਟ ਫੰਡ 'ਚੋਂ ਮੈਂ ਖੁਦ ਕਰੋੜਾਂ ਰੁਪਈਏ ਕੈਪਟਨ ਦੇ ਕਹਿਣ 'ਤੇ ਭਰਤਿੰਦਰ ਚਹਿਲ ਨੂੰ ਅਤੇ ਵਕੀਲਾਂ ਨੂੰ ਦੇ ਕੇ ਬੀਬੀ ਭੱਠਲ ਨੂੰ ਫੜਾਉਣ ਦੀ ਕੋਸ਼ਿਸ਼ ਕਰੀ ਗਈ। ਜੱਜਾਂ ਨੂੰ ਅਸੀਂ ਰਿਸ਼ਵਤਾਂ ਦੇ ਕੇ ਬੀਬੀ ਭੱਠਲ ਨੂੰ ਫਸਾਉਣ ਦੀ ਕੋਸ਼ਿਸ਼ ਅੱਜ ਤੱਕ ਇੱਕ ਉਂਗਲ ਬੀਬੀ ਭੱਠਲ 'ਤੇ ਚੱਕਣ ਦੀ ਕੋਸ਼ਿਸ਼ ਹੋਈ ਹੈ। ਉਹਦਾ ਵੀ ਸੱਚ ਸਾਹਮਣੇ ਆ ਗਿਆ ਵੀ ਕਿਵੇਂ ਝੂਠਾ ਕੇਸ ਬਣਾਇਆ ਗਿਆ ਸੀ। ਸਰ, ਇੱਕ ਜਿੰਨੇ ਮੁੱਖ ਮੰਤਰੀ ਜਿਵੇਂ ਕੱਲ੍ਹ ਅੱਜ BEd ਦੇ ਟੀਚਰ ਤੁਹਾਡੇ ਸਾਹਮਣੇ ਆਏ ਸੀਗੇ, ਉਹਨਾਂ ਦੀਆਂ ਮੰਗਾਂ ਬਾਰੇ ਕੀ ਕਹਿਣਾ? ਦੇਖੋ ਜੀ, ਇਹ ਜਿਹੜੀ ਗਨੌਟੇ ਪਿੰਡ ਦੇ ਵਿੱਚ ਮੈਂ ਪਹਿਲਾਂ ਵੀ ਆਇਆ ਸੀ, ਅਤੇ BEd ਟੈਟ ਵਾਲੇ ਭੈਣ ਭਰਾ ਮੈਨੂੰ ਮਿਲੇ ਸੀਗੇ, ਅਤੇ ਇਹਨਾਂ ਨੇ ਮੈਨੂੰ ਉਦੋਂ ਇੱਕ ਲਾਇਬ੍ਰੇਰੀ ਦੀ ਮੰਗ ਰੱਖੀ ਸੀ, ਅਤੇ ਇੱਕ ਇਹਨਾਂ ਨੇ ਆਪਦੀਆਂ ਜਿਹੜੀ ਮੰਗਾਂ ਰੱਖੀਆਂ। ਅਤੇ ਮੈਂ ਇਹਨਾਂ ਨੂੰ ਉਦੋਂ ਇਹੀ ਬੇਨਤੀ ਕਰੀ ਸੀ ਵੀ ਮੈਂ ਖੁਦ ਵਿਧਾਨ ਸਭਾ 'ਚ ਨਹੀਂ, ਮੈਂ ਖੁਦ ਲਾਅ ਮੇਕਰ ਨਹੀਂ, ਮੈਂ ਤਾਂ ਕੁਛ ਨਹੀਂ ਬਣਾ ਸਕਦਾ, ਮੈਂ ਤੁਹਾਡੀ ਆਵਾਜ਼ ਉੱਥੇ ਤੱਕ ਪਹੁੰਚਾ ਸਕਦਾ। ਅਤੇ ਉਹਦੇ ਲਈ ਤੁਸੀਂ ਜੇ ਤਾਂ ਬੀਬੀ ਜੀ ਨਾਲ ਮੁਲਾਕਾਤ ਕਰਨੀ ਹੈ ਤਾਂ ਤੁਹਾਡੀ ਜ਼ਿਲ੍ਹਾ ਇਕਾਈ ਦੇ ਜਿਹੜੇ 5-4 ਮੋਹਤਬਰ ਨੇ, ਉਹ ਆਪਦੀ ਰੈਪਰਜੈਂਟੇਸ਼ਨ ਲੈ ਕੇ ਬੀਬੀ ਜੀ ਨੂੰ ਮਿਲੋ, ਉਹਨਾਂ ਨੂੰ ਆਪਦੀ ਸਾਰੀ ਗੱਲ ਸਮਝਾਓ, ਉਹ ਤੁਹਾਡੀ ਅੱਗੇ ਗੱਲ CM ਸਾਹਿਬ ਤੱਕ ਰੱਖਣਗੇ। ਅਗਰ ਤੁਸੀਂ CM ਸਾਹਿਬ ਨੂੰ ਮਿਲਣਾ ਚਾਹੁੰਦੇ ਹੋ ਤਾਂ ਕਿਉਂਕਿ ਉਹ ਪੂਰੇ ਸਟੇਟ ਦੇ CM ਨੇ, ਇੱਕ ਜ਼ਿਲ੍ਹੇ ਦੀ ਇਕਾਈ ਨੂੰ ਤਾਂ ਮਿਲਣਗੇ ਨਹੀਂ, ਤਾਂ ਤੁਹਾਡੀ ਪੰਜਾਬ ਦੀ ਇਕਾਈ ਦੇ ਕੋਈ ਵੀ 5 ਬੰਦੇ ਆ ਜਾਣ, ਆ ਕੇ ਬੀਬੀ ਜੀ ਨੂੰ ਆਪਦੀ ਰੈਪਰਜੈਂਟੇਸ਼ਨ ਦੇਣ, ਅਤੇ ਅਸੀਂ ਜ਼ਰੂਰ ਤੁਹਾਨੂੰ CM ਸਾਹਿਬ ਨਾਲ ਬੀਬੀ ਜੀ ਜਾ ਕੇ ਤੁਹਾਡੀ ਗੱਲ ਕਰਨਗੇ। ਅਤੇ ਇਹਨਾਂ ਭੈਣ ਭਰਾਵਾਂ ਨੇ ਮੇਰੇ ਕੋਲ ਮੁੜ ਕੇ ਆਏ ਨਹੀਂ, ਅੱਜ ਆਉਂਦੇ ਆ, ਅਤੇ ਅੱਜ ਤੱਕ ਇਹ ਮੇਰੇ ਕੋਲ ਆਈ ਨਹੀਂ ਉਸ ਦੀ ਗੱਲ ਲੈ ਕੇ। ਇੱਕ ਇਕਾਈ ਦੇ ਇਸੇ ਤਰੀਕੇ ਨਾਲ ਸਾਨੂੰ ਬਨਾਰਸੀ ਤੋਂ ਭਰਾ ਮਿਲੇ ਸੀ, ਉਹਨਾਂ ਨੂੰ ਕੋਈ ਮੁਸ਼ਕਿਲ ਆ ਰਹੀ ਸੀ ਉਦੋਂ ਐਜੂਕੇਸ਼ਨ ਮਹਿਕਮੇ 'ਚੋਂ। ਉਹਨਾਂ ਨੇ ਮੈਨੂੰ ਆ ਕੇ ਜਦੋਂ ਦੱਸਿਆ, ਅਸੀਂ ਬੀਬੀ ਜੀ ਨੂੰ ਮਿਲਾਇਆ, ਉਹਨਾਂ ਨੂੰ ਬਕਾਇਦਾ ਅਸੀਂ ਉਦੋਂ ਐਜੂਕੇਸ਼ਨ ਮਿਨਿਸਟਰ ਸਿੰਗਲਾ ਜੀ ਸੀ, ਉਹਨਾਂ ਕੋਲ ਲੈ ਕੇ ਗਏ, ਸਾਡੇ ਜਿਹੜੇ AG ਨੰਦਾ ਜੀ ਕੋਲ ਲੈ ਕੇ ਗਏ, ਅਤੇ ਜੋ ਉਹ ਚਾਹੁੰਦੇ ਸੀ ਸਰਕਾਰ ਸਾਡੇ ਲਈ ਲਿਖ ਕੇ ਦੇਵੇ, ਉਹਨਾਂ ਦੀ ਜਿਹੜੀ ਪ੍ਰੋਬਲਮ ਸੀ ਉਹ ਅਸੀਂ ਹੱਲ ਕਰਵਾਈ।
ਸੋ ਇਹ ਵੀ ਆਉਂਦੇ ਤਾਂ ਇਹਨਾਂ ਦੀ ਵੀ ਜ਼ਰੂਰ ਕਰਾਉਂਦੇ। ਹੁਣ ਵੀ ਇਹਨਾਂ ਨੇ ਅੱਜ ਉਹਦਾ ਪ੍ਰੋਟੈਸਟ ਜ਼ਾਹਰ ਕਰਿਆ ਤਾਂ ਅਸੀਂ ਜ਼ਰੂਰ ਇਹਨਾਂ ਦੀ ਮੰਗ ਸੀਐਮ ਸਾਹਿਬ ਤੱਕ ਪਹੁੰਚਾਵਾਂਗੇ। ਜਿਵੇਂ ਥਾਂ ਥਾਂ ਵਾਕਈ ਜਾ ਰਹੀ ਲੱਗੇ, ਕੀ ਕਹਿਣਾ ਚਾਹੁੰਦੇ ਹੋ? ਸਾਡਾ ਸਹੀ ਹੈ ਜਾਂ ਗਲਤ ਹੈ? ਗਲਤ ਹੈ। ਦੇਖੋ, ਹਰ ਬੰਦੇ ਨੂੰ ਪ੍ਰੋਟੈਸਟ ਕਰਨ ਦਾ ਹੱਕ ਹੈ, ਠੀਕ ਹੈ ਨਾ, ਅਤੇ ਸਾਡੀ ਲੀਡਰਸ਼ਿਪ ਵੀ ਇਹੀ ਕਹਿੰਦੀ ਹੈ, ਈਵਨ ਚੰਨੀ ਜੀ ਵੀ ਇਹੀ ਕਹਿੰਦੇ ਹੁੰਦੇ ਆ ਵੀ ਨਹੀਂ ਯਾਰ ਇਹਨਾਂ ਨੂੰ ਕਿਸੇ ਨੂੰ ਕੁਛ ਨਾ ਕਰਿਓ। ਪਰ ਉਹ ਠੀਕ ਹੈ, ਪੁਲਿਸ ਨੂੰ ਉਦੋਂ ਹੁੰਦਾ ਵੀ ਅਸੀਂ ਆਪਦੀ ਡਿਊਟੀ ਨਿਭਾਉਣੀ ਹੈ ਕਿਸ ਤਰੀਕੇ ਨਾਲ, ਕਿਉਂਕਿ ਅੱਜ ਕੱਲ੍ਹ ਕਈ ਵਾਰੀ ਪ੍ਰੋਟੈਸਟਰਾਂ ਦੇ ਵਿੱਚ ਗਲਤ ਅਨਸਰ ਵੀ ਵੜ ਜਾਂਦੇ ਹੈ, ਠੀਕ ਹੈ ਨਾ। ਅੱਜ ਕੱਲ੍ਹ ਕਈ ਸਿਆਸੀ ਲੋਕ ਇਹ ਪ੍ਰੋਟੈਸਟ ਵਾਲਿਆਂ ਨੂੰ ਚੱਕ ਕੇ ਉਹਨਾਂ ਦਾ ਫਾਇਦਾ ਚੱਕਣ ਦੀ ਕੋਸ਼ਿਸ਼ ਕਰਦੇ ਆ, ਸੋ ਹੋ ਜਾਂਦਾ। ਪਰ ਗਲਤ ਹੈ। ਜਦੋਂ ਮੈਂ ਤਾਂ ਕਹਿੰਦਾ ਜਿਨ੍ਹਾਂ ਨੇ ਪ੍ਰੋਟੈਸਟ ਕਰਨਾ ਉਹਦਾ ਪ੍ਰੋਟੈਸਟ ਜ਼ਾਹਰ ਕਰਨ, ਆਪਣਾ ਰਾਈਟ ਹੈ, ਕਰਨਾ ਚਾਹੀਦਾ। ਸਰ ਇੱਕ ਦਿਨੋਂ ਦਿਨ ਬੇਅਦਬੀ ਦਾ ਮਾਮਲਾ ਵੱਧਦਾ ਜਾ ਰਿਹਾ, ਇਹਦੇ ਬਾਰੇ ਕੀ ਕਹਿਣਾ? ਦੇਖੋ ਜੀ, ਇਹ ਇੱਕ ਬਹੁਤ ਵੱਡਾ ਸ਼ੜਯੰਤਰ ਹੈ, ਠੀਕ ਹੈ ਨਾ। ਇਹਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਅਤੇ ਲਿੱਤਾ ਵੀ ਜਾ ਰਿਹਾ ਹੈ, ਕਿਉਂਕਿ ਚੋਣਾਂ ਦੇ ਨੇੜੇ ਆ ਕੇ ਹੀ ਇਹ ਚੀਜ਼ਾਂ ਹੁੰਦੀਆਂ। ਪਿਛਲੀ ਵਾਰੀ ਵੀ ਬੇਅਦਬੀ ਚੋਣਾਂ ਦੇ ਨੇੜੇ ਆ ਕੇ ਹੋਈ ਸੀ ਅਤੇ ਐਤਕੀ ਵੀ ਹੋ ਰਹੀ ਹੈ। ਇਹਨੂੰ ਬੜੀ ਗੰਭੀਰਤਾ ਨਾਲ ਦੇਖਿਆ ਜਾਊਗਾ, ਕਿਉਂਕਿ ਫਿਰਕਾ ਪ੍ਰਸਤੀ ਤਾਕਤਾਂ ਨੇ ਨਾ ਜਿਹੜੀਆਂ, ਉਹ ਜਦੋਂ ਦੀਆਂ ਤਕੜੀਆਂ ਹੋਈਆਂ ਨੇ ਇਸ ਦੇਸ਼ ਦੇ ਵਿੱਚ, ਬੀਜੇਪੀ ਤਾਕਤਵਰ ਹੋਈ ਹੈ, ਅਕਾਲੀ ਦਲ ਜਿਹੜੇ ਵੀ ਧਰਮ ਦੀ ਰਾਜਨੀਤੀ ਕਰਨ ਵਾਲੇ ਨੇ, ਤਾਂ ਉਦੋਂ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਅਸੀਂ ਤਾਂ ਹੀ ਕਹਿੰਦੇ ਹਾਂ ਵੀ ਪੋਲੀਟਿਕਸ ਨੂੰ ਸੈਕੂਲਰ ਹੋਣਾ ਚਾਹੀਦਾ, ਧਰਮ ਅਤੇ ਰਾਜਨੀਤੀ ਅਲੱਗ ਰਹਿਣੀ ਚਾਹੀਦੀ ਹੈ, ਕਿਉਂਕਿ ਜਦੋਂ ਤੁਸੀਂ ਧਰਮ ਦੇ ਨਾਲ ਰਾਜਨੀਤੀ ਜੋੜ ਦਿੰਦੇ ਹੋ ਤਾਂ ਕਈ ਗਿਰੇ ਹੋਏ ਲੋਕ ਇਸ ਤਰੀਕੇ ਦੀਆਂ ਚੀਜ਼ਾਂ ਕਰਕੇ ਆਪਣੀ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਦੇ। ਕੀ ਲੱਗਦਾ ਜੀ ਪਿੰਡ ਦੇ ਜਥੇਬੰਦੀਆਂ ਨੂੰ ਪੂਰੀ ਚੌਕਸੀ ਵਰਤਣੀ ਚਾਹੀਦੀ ਹੈ? ਬਿਲਕੁਲ, ਸਾਨੂੰ ਸਾਰਿਆਂ ਨੂੰ ਜੀ ਚੌਕਸੀ ਵੀ ਵਰਤਣੀ ਚਾਹੀਦੀ ਹੈ। ਬਲਕਿ ਮੈਂ ਇਹਦੇ ਨਾਲ ਨਾਲ ਇੱਕ ਇਹ ਵੀ ਬੇਨਤੀ ਕਰੂੰਗਾ ਵੀ ਜਿਵੇਂ ਆਪਾਂ ਸੋਧਾ ਚਾੜ ਕੇ ਉਹ ਬੰਦੇ ਮਰ ਗਏ, ਵੀ ਠੀਕ ਹੈ, ਗੁੱਸਾ ਤਾਂ ਮੈਨੂੰ ਸਮਝ ਸਕਦਾ ਬਹੁਤ ਆਉਂਦਾ ਹੈ, ਆਪਾਂ ਕੰਟਰੋਲ ਸਾਡਾ ਵੀ ਜੀ ਕਰਦਾ ਵੱਢ ਦੋ, ਟੁਕੜੇ ਟੁਕੜੇ ਕਰ ਦਿਓ ਬੰਦੇ ਨੇ, ਪਰ ਆਪਾਂ ਉਸ ਨੂੰ ਬਚਾਈਏ ਤਾਂ ਕਿ ਅਸਲੀ ਕਨਸਪੀਰੇਸੀ ਦਾ ਪਤਾ ਲੱਗੇ। ਜਦੋਂ ਉਹ ਦੋਸ਼ੀ ਮਾਰਿਆ ਜਾਂਦਾ ਨਾ, ਉਹਦੇ ਨਾਲ ਉਹ ਕਿਤਾਬ ਬੰਦ ਹੋ ਜਾਂਦੀ ਹੈ, ਠੀਕ ਹੈ ਨਾ। ਜੇ ਉਹਨੂੰ ਅਸੀਂ ਬਚਾਵਾਂਗੇ, ਜਿਉਂਦਾ ਰੱਖਾਂਗੇ, ਤਾਂ ਇੱਕ ਤਾਂ ਸਾਨੂੰ ਇਹ ਖਿਆਲ ਰਹੂ ਵੀ ਕੋਈ ਨਿਰਦੋਸ਼ ਬੰਦਾ ਨਹੀਂ ਮਾਰਿਆ ਜਾਊਗਾ। ਦੂਜੀ ਗੱਲ, ਜਿਹੜਾ ਦੋਸ਼ੀ ਹੈ ਉਹ ਤੋਂ ਫਿਰ ਮੂੰਹ ਖੁਲਾ ਕੇ ਅਸਲੀ ਤੱਕ ਪਹੁੰਚਾਂਗੇ। ਤਾਂ ਮੇਰੀ ਇੱਕ ਇਹੀ ਬੇਨਤੀ ਹੈ ਸੰਗਤਾਂ ਨੂੰ ਵੀ ਔਖਾ ਬਹੁਤ ਹੈ ਸੰਯਮ ਬਣਾ ਕੇ ਰੱਖਣਾ, ਪਰ ਆਪਾਂ ਸੰਯਮ ਬਣਾ ਕੇ ਰੱਖੀਏ ਤਾਂ ਕਿ ਇਹਦੀ ਜੜ ਤੱਕ ਪਹੁੰਚਿਆ ਜਾ ਸਕੇ। ਉਹ ਹਰਕਤ ਕਰਨ ਵਾਲਾ ਹੀ ਨਹੀਂ ਇਕੱਲਾ, ਉਹ ਕਰਵਾਉਣ ਵਾਲਿਆਂ ਤੱਕ ਵੀ ਆਪਾਂ ਪਹੁੰਚਣਾ।